ਅੱਜ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਗੁੜ ਤਿਆਰ ਕਰਦਾ ਹੈ। ਇਸ ਗੁੜ ਦੇ ਚਰਚੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੈਗੇ, ਸਗੋਂ ਕੈਨੇਡਾ ਅਮਰੀਕਾ ਤੱਕ ਇਸ ਗੁੜ ਦੀ ਡਿਮਾਂਡ ਹੁੰਦੀ ਹੈ। ਗੁੜ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਕੱਢਦੇ ਨੇ, ਪੰਗੂ ਫਾਰਮ ਤੇ ਵੱਖਰਾ ਗੁੜ ਕਿਉਂ ਕੀ ਹੈਗਾ? ਸਾਡਾ ਇਸ ਕਰਕੇ ਵੱਖਰਾ ਆ, ਅਸੀਂ 2006 ਤੋਂ ਆਪਣੀ ਜ਼ਮੀਨ ਨੂੰ ਆਰਗੈਨਿਕ ਕੀਤਾ ਹੋਇਆ, ਕੈਮੀਕਲ ਰਹਿਤ ਕੀਤਾ, ਕੋਈ ਖਾਦ ਨਹੀਂ, ਕੋਈ ਸਪਰੇਅ ਨਹੀਂ, ਕੀੜੇ ਮਾਰ ਦਵਾਈ। ਇਹ ਵੇਲਣਾ ਗੁਜਰਾਤ ਤੋਂ ਮੰਗਾਇਆ ਔਰ ਇਹ ਜਿਹੜਾ 70-72 ਕਿਲੋ ਰਸ ਕੱਢ ਦਿੰਦਾ ਜੀ 1 ਕੁਆਂਟਲ ਗੰਨੇ ਚੋਂ, ਯਾਨੀ ਚੂਰੇ ਨੂੰ ਤੁਸੀਂ ਸਮਝ ਲਓ ਅੱਧੇ ਇੰਚ ਦਾ ਝੋਟਾ ਕਰ ਦਿੰਦਾ ਜੀ ਇਹ। ਫਿਰ ਵੇਚ ਕੇ ਕਿੱਥੇ ਹੁੰਦੇ ਕਿ ਜਾਂ ਲੋਕ ਲੈ ਜਾਂਦੇ ਨੇ ਇੱਥੋਂ ਆ ਕੇ? ਲੋੜ ਨਹੀਂ ਪੈਂਦੀ ਵੇਚਣ ਦੀ ਜੀ, ਬਸ ਕੁਆਲਿਟੀ ਹੈ ਜੀ, ਕੁਆਲਿਟੀ ਦਾ ਕਰਕੇ ਜਿਹੜਾ ਸਾਰਾ ਜਿਹੜਾ ਇੱਕ ਵਾਰੀ ਲੈ ਗਿਆ ਉਹਨੇ ਗਾਂ ਹੋਰ ਬੰਦਿਆਂ ਨੂੰ ਦੱਸਣਾ ਹੀ ਦੱਸਣਾ। ਜਿਵੇਂ ਕਿ ਭਾਜੀ ਹੁਣੀ ਹੁਸ਼ਿਆਰਪੁਰ ਤੋਂ ਹੈ, ਇੱਕ ਇੱਧਰ ਸਾਡਾ ਪਰਿਵਾਰ ਅੰਦਰ ਹੈ ਜੀ ਚੰਡੀਗੜ੍ਹ ਤੋਂ ਹੈ ਜੀ, ਤੇ ਹਾਂਜੀ ਇਹਨਾਂ ਨੇ ਇੰਗਲੈਂਡ ਜਾਣਾ, ਇੰਗਲੈਂਡ ਵਾਸਤੇ ਲੈ ਕੇ ਜਾਣਾ ਗੁੜ। ਬਾਕੀ ਤੁਸੀਂ ਇੰਗਲੈਂਡ ਭੇਜਣਾ ਗੁੜ? ਇਹ 8-9 ਖੇਤ ਤੁਸੀਂ ਲਾਏ ਆ, ਤਾਂ ਮਿੱਲ 'ਚ ਵੀ ਕੋਈ ਗੰਨਾ ਸੁੱਟਦੇ ਹੋ ਕਿ ਜਾਂ ਸਾਰੇ ਤਾਂ ਗੁੜ ਹੀ ਕੱਢਦੇ ਹੋ? ਨਹੀਂ, ਮਿੱਲ 'ਚ ਨਹੀਂ ਜੀ, ਸਾਡੇ ਕੋਲ ਹੋਰ ਵੀ 3-4 ਖੇਤ ਹੋਣ, 5 ਖੇਤ ਹੋਣ, ਤੇ ਉਹ ਵੀ ਇੱਥੇ ਵਿਕ ਜਾਣਾ ਜੀ। ਕਿੰਨਾ ਕੁ ਲਾਹੇ ਦਾ ਧੰਦਾ ਹੈਗਾ ਜਾਂ ਕਿੰਨੀ ਕੁ ਕਮਾਈ ਹੋ ਸਕਦੀ ਹੈ ਸੀਜ਼ਨ ਦੇ ਵਿੱਚ ਇੱਕ 'ਚ? ਇਹ ਇੱਦਾਂ ਜੀ, ਜੇ ਆਪਾਂ ਜਿੱਦਾਂ ਅਸੀਂ ਕਰਦੇ ਹਾਂ ਨਾ, ਮਿਨੀਮਮ 3 ਲੱਖ ਦਾ ਅਸੀਂ ਗੁੜ ਜਿਹੜਾ ਇੱਕ ਖੇਤ ਦਾ ਕੱਢ ਲੈਂਦੇ ਹਾਂ ਜੀ। ਜਦੋਂ ਸ਼ੁਰੂਆਤ ਕੀਤੀ ਸੀਗੀ ਤੁਸੀਂ ਇਸ ਚੀਜ਼ ਦੀ ਆਰਗੈਨਿਕ ਵਾਲੇ ਪਾਸੇ, ਤਾਂ ਵਾਕਈ ਕੁਝ ਦਿੱਕਤਾਂ ਵੀ ਹੋਈਆਂ ਹੋਣਗੀਆਂ, ਤਾਂ ਕੀ ਬਦਲਾਅ ਕੀ ਆਇਆ ਫਿਰ ਬਾਅਦ 'ਚ? ਲੋਕਾਂ ਦੇ ਮਖੌਲ ਬਹੁਤ ਚੱਲੇ, ਕਿਉਂਕਿ ਜਦੋਂ ਆਪਾਂ ਭੀੜ ਤੋਂ ਵੱਖਰੇ ਹੋ ਕੇ ਕੋਈ ਕੰਮ ਕਰਦੇ ਹਾਂ, ਹਵਾ ਦੇ ਉਲਟ ਚੱਲਦੇ ਹਾਂ, ਤਾਂ ਉਦੋਂ ਗੱਲਾਂ ਵੀ ਹੁੰਦੀਆਂ। ਉਹ ਲੋਕ ਕਹਿਣ ਲੱਗ ਪਏ ਇਹ ਡੈਡੀ ਜੀ ਸਾਡੇ ਜਿੱਦਾਂ ਕਾਂਵੜ ਦਾ ਕਾਂਵਲਾ ਹੋਇਆ ਸੀ, ਬੱਚੇ ਵੀ ਗਾਂ ਉੱਦਾਂ ਹੀ ਹੈ ਨਾ ਲੱਗ ਪਏ। 40 ਖੇਤਾਂ ਦੀ ਤੁਸੀਂ ਖੇਤੀ ਕਰਦੇ ਸੀ, ਹੁਣ 10 ਖੇਤਾਂ ਦੀ ਖੇਤੀ ਦੇ ਵਿੱਚੋਂ ਸੰਤੁਸ਼ਟ? ਹਾਂ, ਬਿਲਕੁਲ ਸੰਤੁਸ਼ਟ ਹਾਂ ਜੀ। ਹੁਣ ਪਿਛਲੇ ਸਾਲ ਵੀ ਅਸੀਂ 23.5 ਲੱਖ ਦਾ ਗੁੜ ਸ਼ੱਕਰ ਵੇਚਿਆ ਜੀ। ਅੱਜ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਗੁੜ ਤਿਆਰ ਕਰਦਾ ਹੈ। ਇਸ ਗੁੜ ਦੇ ਚਰਚੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੈਗੇ, ਸਗੋਂ ਕੈਨੇਡਾ ਅਮਰੀਕਾ ਤੱਕ ਇਸ ਗੁੜ ਦੀ ਡਿਮਾਂਡ ਹੁੰਦੀ ਹੈ। ਇਸ ਸਮੇਂ ਅਸੀਂ ਭੋਗਪੁਰ ਦੇ ਪਿੰਡ ਚਾੜਕੇ ਦੇ ਪੰਗੂ ਫਾਰਮ ਦੇ ਉੱਪਰ ਮੌਜੂਦ ਹਾਂ, ਜਿੱਥੇ ਅਮਰਜੀਤ ਸਿੰਘ ਪੰਗੂ ਹੋਣਾ ਦਾ ਵੇਲਣਾ ਲੱਗਾ ਹੋਇਆ, ਜਿੱਥੇ ਗੁੜ ਤਿਆਰ ਕੀਤਾ ਜਾਂਦਾ ਹੈ। ਪੂਰਾ ਅੱਜ ਤੁਹਾਨੂੰ ਪ੍ਰੋਸੈਸ ਦਿਖਾਉਂਦੇ ਆ, ਕਈ ਪ੍ਰਕਾਰ ਦੇ ਇੱਥੇ ਗੁੜ ਤਿਆਰ ਹੁੰਦੇ ਨੇ। ਆਖਿਰਕਾਰ ਦੇਸ਼ਾਂ ਵਿਦੇਸ਼ਾਂ ਤੱਕ ਇਸ ਗੁੜ ਦੀ ਮੰਗ ਕਿਉਂ ਹੈਗੀ ਹੈ, ਸਾਰਾ ਪ੍ਰੋਸੈਸ ਜਾਣਦੇ ਆ। ਆਰਗੈਨਿਕ ਤਰੀਕੇ ਦੇ ਨਾਲ ਇੱਥੇ ਗੁੜ ਤਿਆਰ ਹੁੰਦਾ ਹੈ। ਅਮਰਜੀਤ ਸਿੰਘ ਪੰਗੂ ਮੇਰੇ ਨਾਲ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਆ। ਇਹ ਵੇਲਣਾ ਲੱਗਾ ਹੋਇਆ, ਇਹ ਵੇਲਣੇ ਤੋਂ ਜਿਹੜੀ ਆ ਰੋਹ ਨਿਕਲਦੀ ਆ, ਤਾਂ ਰੋਹ ਜਿਹੜੀ ਆ ਅੰਦਰ ਚਲੇ ਜਾਂਦੀ ਆ, ਉੱਥੇ ਅੱਗੇ ਗੁੜ ਤਿਆਰ ਹੋ ਰਿਹਾ। ਸਾਰਾ ਪ੍ਰੋਸੈਸ ਜਾਣਦੇ ਆ। ਅਮਰਜੀਤ ਪੰਗੂ ਮੇਰੇ ਨਾਲ ਮੌਜੂਦ ਨੇ। ਪੰਗੂ ਸਾਹਿਬ, ਬਹੁਤ ਬਹੁਤ ਸਵਾਗਤ ਜਗਬਾਣੀ ਟੀਵੀ। ਤੁਹਾਡਾ ਵੀ ਜੀ ਜਗਬਾਣੀ ਟੀਵੀ ਇੱਥੇ ਆਉਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ। ਮੇਰਾ ਪਹਿਲਾ ਸਵਾਲ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਗੁੜ ਦਾ ਕੰਮ ਕਰਦੇ ਹੋਏ? ਵੈਸੇ ਗੁੜ ਤਾਂ ਜਦੋਂ ਅਸੀਂ ਸਾਡੇ ਬਜ਼ੁਰਗ ਵੀ ਕੱਢਦੇ ਹੁੰਦੇ, ਛੋਟਾ ਵੇਲਣਾ ਹੁੰਦਾ ਸੀ ਬਲਦਾਂ ਵਾਲਾ, ਉਦੋਂ ਵੀ ਘਰ ਇੱਥੇ ਬਣਾਉਂਦੇ ਹੁੰਦੇ ਸੀ। ਫਿਰ ਵਿੱਚੋਂ ਵੇਲਣਾ ਵੇਚ ਦਿੱਤਾ, ਕਿਸੇ ਕੋਲੋਂ ਕਢਾ ਕੇ ਲਿਆਉਂਦੇ ਰਹੇ ਥੋੜਾ ਘਰ ਜੋਗਾ, ਤੇ ਵੇਚਣਾ ਬੰਦ ਕਰਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਵੇਂ ਆਰਗੈਨਿਕ ਖੇਤੀ ਸ਼ੁਰੂ ਕੀਤੀ 2006 ਦੇ ਵਿੱਚ, ਤੇ ਫਿਰ 2011-12 ਦੇ ਵਿੱਚ ਡੈਡੀ ਜੀ ਕਹਿਣ ਲੱਗੇ ਕਿ ਆਪਾਂ ਜਿਹੜਾ ਹੈਗਾ ਵੇਲਣਾ ਵੀ ਮਤਲਬ ਉਹ ਆਪਣਾ ਲਾਈਏ, ਤੇ ਉਹ ਫਿਰ ਉਦੋਂ ਅਸੀਂ ਆਪਣਾ ਵੇਲਣਾ ਲਾਇਆ। ਜਿਵੇਂ ਪਹਿਲੇ ਸਾਲ ਪਹਿਲਾਂ ਅਸੀਂ ਮਿਲ ਤੇ ਲੈ ਕੇ ਜਾਂਦੇ ਹੁੰਦੇ ਸੀ, ਸੋ ਬਸ ਉਦੋਂ ਤੋਂ ਸਾਨੂੰ ਫਿਰ 1 ਸਾਲ ਦਾ ਜਿਹੜਾ ਸੀਗਾ, ਇੱਕ ਖੇਤ ਦਾ ਗੰਨਾ ਉਹ ਪੀੜਿਆ, ਤੇ ਸਾਨੂੰ ਵਧੀਆ ਲੱਗਾ ਜਿਵੇਂ ਰਿਸਪੌਂਸ ਮਿਲਿਆ ਲੋਕਾਂ ਦਾ ਕਿ ਇੱਥੇ ਗੁੜ ਇੱਥੇ ਲੈਣ ਆਉਂਦੇ ਆ, ਨਗਦ ਪੈਸੇ ਆਉਂਦੇ, ਤੇ ਉਹ ਫਿਰ ਸਾਨੂੰ ਜਾਨੀ ਕਹਿ ਲਓ ਕਿ ਚਸਕਾ ਚੇਟਕ ਪੈ ਗਈ ਵੀ ਇਹ ਕੰਮ ਕਰਨ ਦੀ, ਤੇ ਅਸੀਂ ਉਹ ਗੰਨਾ ਵੀ ਫਿਰ ਵਧਾਇਆ। ਹੁਣ ਜਿੱਦਾਂ 9 ਖੇਤ ਗੁੜ ਗੰਨਾ ਉਹਦੇ ਗੁੜ ਬਣਾਉਣੇ ਅਸੀਂ ਵੇਚਦੇ ਹਾਂ, ਤੇ ਸਾਰਾ ਇੱਥੋਂ ਹੀ ਵਿਕ ਜਾਂਦਾ। ਸੋ ਬੜਾ ਆਨੰਦ ਆਉਂਦਾ ਜੀ, ਬੜੀ ਵਧੀਆ ਚੀਜ਼ ਤਿਆਰ ਕਰਕੇ। ਹਾਂਜੀ, ਅੱਛਾ, ਗੁੜ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਕੱਢਦੇ ਨੇ, ਪੰਗੂ ਫਾਰਮ ਤੇ ਵੱਖਰਾ ਗੁੜ ਕਿਉਂ ਕੀ ਹੈਗਾ, ਜਿੱਥੇ ਸੁਣਿਆ ਬਹੁਤ ਆ ਕਿ ਦੂਰੋਂ ਲੋਕ ਲੈਣ ਆਉਂਦੇ ਨੇ, ਵੱਖਰਾ ਕਿਸ ਤਰ੍ਹਾਂ ਹੈ? ਇਹ ਪਹਿਲੀ ਤਾਂ ਗੱਲ ਇਹ ਆ ਕਿ ਚਲੋ ਹਰ ਜਿਹੜਾ ਪੰਜਾਬੀ ਆ, ਕਿਸੇ ਨੇ ਵੇਲਣਾ ਲਾਇਆ ਉਹ ਪਿਓਰ ਹੀ ਬਣਾਉਂਦਾ ਹੈ ਨਾ, ਕਿਸਾਨ ਕੋਈ ਵੀ ਨਹੀਂ ਗੜਬੜ ਕਰਦਾ। ਬਟ ਇਹ ਆ ਕਿ ਸਾਡਾ ਇਸ ਕਰਕੇ ਵੱਖਰਾ ਆ, ਅਸੀਂ 2006 ਤੋਂ ਆਪਣੀ ਜ਼ਮੀਨ ਨੂੰ ਆਰਗੈਨਿਕ ਕੀਤਾ ਹੋਇਆ,
ਕੈਮੀਕਲ ਰਹਿਤ ਕੀਤਾ, ਕੋਈ ਖਾਦ ਨਹੀਂ, ਕੋਈ ਸਪਰੇਅ ਨਹੀਂ, ਕੀੜੇ ਮਾਰ ਦਵਾਈ। ਉਹ ਅਸੀਂ ਆਪਣੀ ਜ਼ਮੀਨ ਨੂੰ ਟਰਨ ਬਾਈ ਟਰਨ 2-2 3-3 ਖੇਤ ਦੇ ਪਲਾਟ ਨੂੰ ਅਸੀਂ 1 ਸਾਲ ਰੈਸਟ ਦਿੰਦੇ ਆ। ਉਹਦੇ ਵਿੱਚ ਹਰੀਆਂ ਖਾਦਾਂ ਬੀਜਦੇ ਆ, ਉਹਨੂੰ ਅਲਟੀ ਪਲਟੀ ਕਰਦੇ ਰਹਿੰਦੇ ਆ ਤੇ 1 ਸਾਲ ਤੋਂ ਬਾਅਦ ਦੇ ਵਿੱਚ ਫਿਰ 2-3 ਸਾਲ ਅਸੀਂ ਫਿਰ ਗੰਨੇ ਦੀ ਫਸਲ ਲੈਂਦੇ ਆ, ਦੇਸੀ ਢੇਰ ਵਗੈਰਾ ਪਾ ਕੇ ਹਰੀਆਂ ਖਾਦਾਂ ਵਾਹ ਕੇ। ਸੋ ਇਸ ਕਰਕੇ ਹੀ ਇੱਕ ਵੱਖਰੀ ਚੀਜ਼ ਆ ਕਿ ਇੱਕ ਤਾਂ ਜ਼ਮੀਨ ਆਰਗੈਨਿਕ ਹੋ ਗਈ, ਦੂਸਰਾ ਇਹਦੇ ਵਿੱਚ ਸ਼ੁੱਧਤਾ ਹੋ ਗਈ। ਅਸੀਂ ਦੋਨੋਂ ਭਰਾ ਆਪ ਜਿਹੜਾ ਹੈਗਾ ਨਾਲ ਕੰਮ ਕਰਦੇ ਆ ਜੀ, ਆਪਣੀ ਹਾਜ਼ਰੀ 'ਚ ਆਪਣੇ ਹੱਥੀਂ ਨਾਲ, ਤੇ ਸਫਾਈ ਦਾ ਧਿਆਨ ਰੱਖਦੇ ਆ, ਕੁਆਲਿਟੀ ਦਾ ਧਿਆਨ ਰੱਖਦੇ ਆ ਕਿ ਪੱਤ ਜਿਹੜੀ ਆ ਉਹ ਕੱਚੀ ਨਾ ਲੱਥੇ, ਪੂਰੀ ਪਕਾ ਕੇ ਪੱਤ ਲਾਉਣੀ। ਸੋ ਇਹ ਕੁਝ ਗੱਲਾਂ ਹੈਗੀਆਂ ਜਿਹੜੀਆਂ ਨਾ ਵਖਰੇਵਾਂ ਦੱਸਦੀਆਂ ਜੀ। ਅੱਛਾ, ਇਹ ਵੇਲਣਾ ਵੀ ਬੜਾ ਵੱਖਰਾ ਜਾਂ ਬਹੁਤ ਘੱਟ ਵੇਲਣੇ ਨੇ ਹੋਣਗੇ, ਮੈਨੂੰ ਲੱਗਦਾ ਕਿ ਸ਼ਾਇਦ ਇਹ ਕਿੱਥੋਂ ਲੈ ਕੇ ਆਂਦਾ ਤੁਸੀਂ? ਇਹ ਸਪੈਸ਼ਲ ਬਣਵਾਇਆ ਕੋਈ? ਹਾਂਜੀ, ਪਹਿਲਾਂ ਸਾਡੇ ਕੋਲ ਉਹ ਖੜੀਆਂ ਕੁਕੜਾਂ ਵਾਲਾ ਸੀਗਾ, ਜਿਵੇਂ ਆਮ ਪਹਿਲਾਂ ਹੁੰਦੇ ਸੀਗੇ। ਉਹ ਫਿਰ ਜਿਹੜੇ ਵੇਲਣੇ ਹੈਗੇ ਆ ਕਈ ਜਿਹੜੇ 60-65 ਕਿਲੋ ਰਸ ਕੱਢਦੇ ਕੁਇੰਟਲ ਗੰਨੇ 'ਚੋਂ, ਇਹ ਵੇਲਣਾ ਗੁਜਰਾਤ ਤੋਂ ਮੰਗਾਇਆ ਔਰ ਇਹ ਜਿਹੜਾ 70-72 ਕਿਲੋ ਰਸ ਕੱਢ ਦਿੰਦਾ ਜੀ 1 ਕੁਇੰਟਲ ਗੰਨੇ 'ਚੋਂ, ਯਾਨੀ ਚੂਰੇ ਨੂੰ ਤੁਸੀਂ ਸਮਝ ਲਓ ਅੱਧੇ ਇੰਚ ਦਾ ਝੋਟਾ ਕਰ ਦਿੰਦਾ ਜੀ ਇਹ। ਸੋ ਇਹ ਆਪਣੇ ਤੋਂ ਵੇਲਣਾ ਲੱਗਣ ਤੋਂ ਬਾਅਦ ਦੇ ਵਿੱਚ ਅਸੀਂ 8 ਕਿਸਾਨਾਂ ਨੂੰ ਹੋਰ ਵੀ ਵੇਲਣੇ ਲਵਾ ਚੁੱਕੇ ਹਾਂ ਇਹਦੇ ਨਾਲ ਦੇ, ਔਰ ਕਿਸਾਨਾਂ ਨੂੰ ਟ੍ਰੇਨਿੰਗ ਦੇ ਕੇ ਇੱਥੋਂ ਜਿੱਦਾਂ ਕਿਸੇ ਵੀ ਗੱਲ ਦੀ ਲੋੜ ਆ ਅਸੀਂ ਦਿਨੇ ਰਾਤ ਉਹਨਾਂ ਦਾ ਸਾਥ ਦੇਣ ਨੂੰ ਦੇਈਦਾ ਤੇ ਨਾਲ ਦੀ ਨਾਲ ਦੱਸੀਦਾ ਕਿ ਕੁਆਲਿਟੀ ਵਾਲਾ ਹੀ ਗੁੜ ਵੇਚਿਓ, ਕੋਈ ਹੇਰਾ ਫੇਰੀ ਵੱਲ ਧਿਆਨ ਨਾ ਕਰਿਓ ਤੇ ਬਹਿ ਜਾ ਹੋ ਜਾਊਗੀ ਜੀ। ਯਾਨੀ ਚਲਿਏ ਦੇਖੀਏ ਸਾਰਾ ਪ੍ਰੋਸੈਸ ਇੱਕ ਵਾਰੀ ਦਰਸ਼ਕਾਂ ਨੂੰ ਵੀ ਦੱਸ ਦਿਓ ਕਿ ਇੱਥੇ ਇਹ ਫਿਰ ਵੇਲਣਾ ਇੱਧਰ ਚੱਲ ਰਿਹਾ ਤਾਂ ਰੋਹ ਫਿਰ ਕਿੱਧਰ ਜਾ ਰਹੀ ਆ? ਅੰਦਰ ਚਲੇ ਜਾਂਦੀ ਸਿੱਧੀ? ਹਾਂਜੀ, ਰਾਸ ਇੱਥੋਂ ਫਿਲਟਰ ਹੋ ਕੇ ਇੱਥੇ ਦੋਹਰੀ ਜਾਲੀ ਲੱਗੀ ਆ, ਪਾਈਪ ਰਾਹੀਂ ਫਿਰ ਅੰਦਰ ਟੈਂਕ ਬਣਿਆ ਆ, ਉਹ ਟੈਂਕ ਦੇ ਰਾਹੀਂ ਟੈਂਕ ਦੇ ਵਿੱਚ ਟੈਲਾਂ ਵਗੈਰਾ ਲਾਈਆਂ, ਉਹਨੂੰ ਉੱਪਰੋਂ ਢੱਕਿਆ ਵੀ ਆ, ਕੋਈ ਮੱਖੀ ਵਗੈਰਾ ਜਾਂ ਕੋਈ ਇਦਾਂ ਦੀ ਵੀ ਚੀਜ਼ ਨਾ ਹੋਵੇ, ਔਰ ਉਹ ਠੰਡੀ ਵੀ ਰਹਿੰਦੀ ਆ ਵੀ ਇੱਥੇ ਰਾਸ ਜਿਹੜੀ ਆ ਉਹ ਖਰਾਬ ਹੋਣ ਦੇ ਕੋਈ ਇਦਾਂ ਦਾ ਚਾਂਸ ਹੈ ਨਹੀਂ। ਅੱਛਾ, ਇਹ ਟੈਂਕ ਬਣਿਆ ਹੋਇਆ, ਇਹਦੇ 'ਚ ਜਮ੍ਹਾਂ ਹੋ ਜਾਂਦੀ ਬਾਹਰੋਂ ਆ ਕੇ ਸਾਰੀ ਰੋਹ? ਹਾਂਜੀ ਬਿਲਕੁਲ ਜੀ, ਬਿਲਕੁਲ। ਜਿਵੇਂ ਇਹ ਕਵਰ ਆ ਜੀ, ਇਹ ਢੱਕਣ ਆ, ਇਹ ਆਪਾਂ ਇਹ ਬੰਦ ਕਰਤਾ ਜੀ, ਤੇ ਇਵੇਂ ਹੀ ਰਸ ਉੱਥੇ ਜਿਹੜੀ ਆ ਰਹੀ ਆ ਉਹ ਪਾਈਪ, ਹਾਂਜੀ ਉੱਥੇ ਆ ਰਹੀ ਆ, ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹ ਕਵਰ ਕੀਤਾ, ਉਹ ਮੈਂ ਦਿਖਾ ਦਿੰਦਾ ਜੀ ਤੁਹਾਨੂੰ। ਇਹ ਜਿਵੇਂ ਇਹ ਢੱਕਣ ਉੱਪਰ ਦੇਤਾ ਜੀ, ਜਿਵੇਂ ਹੀ ਰਸ ਉੱਥੋਂ ਸਾਫ਼ ਸੁਥਰੀ ਹੋ ਕੇ ਆਉਂਦੀ ਆ, ਇੱਥੇ ਵੀ ਇਦਾਂ ਹੀ ਸਾਫ਼ ਸੁਥਰੀ ਰਹਿੰਦੀ ਆ ਤਾਂ ਕਿ ਕੋਈ ਮੱਖੀ ਮੱਛਰ ਜਾਂ ਕੋਈ ਇਦਾਂ ਦੀ ਚੀਜ਼ ਨਾ ਹੋਵੇ, ਮਿੱਟੀ ਦਾ ਕਣ ਕੋਈ। ਸੋ ਇਹ ਜੀ ਇਹ ਮਤਲਬ ਐਵੇਂ ਕਰਦੇ ਜੀ। ਬਾਅਦ ਫਿਰ ਤੁਸੀਂ ਇਹ ਦੋ ਹੈਗੇ ਨੇ ਦੂਜੇ ਕੜਾਏ, ਤਾਂ ਇਹ ਫਿਰ ਦੋਵਾਂ ਤੇ ਨਿਕਲ ਰਹੀ ਹੈ ਜਾਂ ਇਹ ਕੀ ਚੱਕਰ ਹੈ? ਇਹਦੇ ਵਿੱਚ ਅਸੀਂ ਪਹਿਲੇ ਕੜਾਈ ਦੇ ਵਿੱਚ ਅਸੀਂ ਰਸ ਪਾਉਂਦੇ ਆ, ਇਹਦੇ ਵਿੱਚੋਂ ਫਿਰ ਮੈਲ ਲੱਥ ਕੇ ਤੇ ਅਗਲੇ ਕੜਾਈ ਵਿੱਚ ਜਾਂਦੀ ਆ। ਜੇ ਕੋਈ ਹਲਕੀ ਫੁਲਕੀ ਮੈਲ ਰਹਿ ਗਈ ਤਾਂ ਉੱਥੇ ਸਫਾਈ ਕਰਕੇ ਉਹਦੇ ਵਿੱਚ ਗੁੜ ਬਣਦਾ ਜੀ। ਅਸੀਂ ਮਤਲਬ ਬਹੁਤ ਵੱਡਾ ਪ੍ਰੋਜੈਕਟ ਵੀ ਨਹੀਂ ਲਾਇਆ, ਨਾਰਮਲ ਠੀਕ ਹੈ, ਵਧੀਆ ਸਾਡਾ ਆਪਣੇ ਜੋਗਾ, ਕਿਉਂਕਿ ਅਸੀਂ ਆਪਣੇ ਹੀ ਖੇਤਾਂ ਦਾ ਗੰਨਾ ਪੀੜਦੇ ਆ, ਨਾ ਅਸੀਂ ਕਿਰਾਏ ਤੇ ਪੀੜਦੇ ਆ ਕਿਸੇ ਦਾ, ਤੇ ਨਾ ਹੀ ਅਸੀਂ ਮੁੱਲ ਗੰਨਾ ਲੈ ਕੇ ਪੀੜਦੇ ਆ। ਸੋ ਆਪਣਾ ਬੜੇ ਮਜ਼ੇ ਨਾਲ ਕੰਮ ਕਰਦੇ ਆ, ਆਰਾਮ ਨਾਲ, ਕਾਹਲੀ ਵੀ ਕੋਈ ਨਹੀਂ, ਤੇ ਹਰ ਕੰਜ਼ਿਊਮਰ ਜਿਹੜਾ ਸਾਡਾ ਉਹਨੂੰ ਤਸੱਲੀ ਆ ਵੀ ਇਹ ਚੀਜ਼ ਵਧੀਆ ਪੈਦਾ ਹੋ ਰਹੀ ਹੈ ਜੀ। ਅੱਛਾ, ਆਮ ਤੌਰ ਤੇ ਜਿਹੜੇ ਉਹ ਕੜਾਏ ਹੁੰਦੇ ਨੇ ਤਾਂ ਉਹਨਾਂ ਨੂੰ ਚੁੱਕ ਕੇ ਜਿਹੜਾ ਲਾਇਆ ਜਾਂਦਾ, ਇਹ ਤੁਸੀਂ ਫਿਕਸ ਰੱਖੇ ਹੋਏ ਨੇ, ਇਹਦਾ ਕੀ ਕਾਰਨ? ਉਹ ਬੜਾ ਪੁਰਾਣਾ ਹੋ ਗਿਆ ਜੀ, ਪਹਿਲਾਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀ, ਉਵੇਂ ਜੋ ਹਲਕੇ ਹੁੰਦੇ ਸੀ ਕੜਾਏ, ਹੁਣ ਤਾਂ ਕੜਾਏ ਬਹੁਤ ਭਾਰੇ ਆ ਜੀ। ਇਹ ਜਿਹੜਾ ਮੋਹਰਲਾ ਕੜਾਇਆ ਜੀ ਇਹ 6.25 ਕੁਇੰਟਲ ਦਾ, ਪਿਛਲਾ ਕੜਾਇਆ ਜੀ ਇਹ 3.5 ਕੁਇੰਟਲ ਦਾ, ਤੇ ਉਦੋਂ ਕੜਾਏ ਹੁੰਦੇ ਸੀ 60 ਕਿਲੋ 65 ਕਿਲੋ ਵਾਲੇ, ਉਹ ਚੁੱਕ ਹੋ ਜਾਂਦੇ ਆਸਾਨੀ ਨਾਲ। ਬਟ ਇਹ ਭੱਠੀਆਂ ਨਵੀਆਂ ਆ ਗਈਆਂ, ਜਿਵੇਂ ਇਹਦੇ ਵਿੱਚ ਟੈਂਪਰੇਚਰ ਬਹੁਤ ਬਣਦਾ ਜੀ, ਅੰਦਰ ਇੱਟਾਂ ਦੀ ਭੱਠੀ ਬਣੀ ਆ। ਸੋ ਜਿੰਨੇ ਵੀ ਅਸੀਂ ਕਿਸਾਨਾਂ ਨੂੰ ਵੇਲਣੇ ਲਵਾ ਚੁੱਕੇ ਹਾਂ 7-8, ਸਾਰਿਆਂ ਨੂੰ ਅਸੀਂ ਆਪਣਾ ਨਾ ਕਾਰੀਗਰ ਭੇਜ ਕੇ ਭੱਠੀਆਂ ਬਣਵਾ ਕੇ ਦਿੱਤੀਆਂ ਸਾਰਿਆਂ ਨੂੰ, ਔਰ ਵਧੀਆ ਕੰਮਕਾਰ ਚਲਾ ਰਹੇ ਸਾਰੇ ਕਿਸਾਨਾਂ ਨੂੰ। ਇੱਕ ਤੇ ਤੁਸੀਂ ਆਹ ਗੁੜ ਕੱਢ ਲਿਆ, ਮੈਨੂੰ ਲੱਗਦਾ ਕਿ ਇਹ ਪਲੇਨ ਗੁੜ ਹੈਗਾ, ਤਾਂ ਉਹ ਜਿਹੜਾ ਦੂਜੇ ਪਾਸੇ ਤਿਆਰ ਹੋ ਰਿਹਾ ਉਹ ਕਿਹੜਾ ਗੁੜ ਹੈ? ਹਾਂਜੀ, ਇਹ ਪਲੇਨ ਗੁੜ ਆ ਜੀ, ਇਹਨੂੰ ਆਪਾਂ ਚਾਹ ਵੀ ਬਣਾ ਸਕਦੇ ਹਾਂ, ਖਾ ਵੀ ਸਕਦੇ ਹਾਂ ਜੀ। ਉਹ ਜਿਹੜਾ ਹੈਗਾ ਉਹ ਟੁਕੜੀਆਂ ਵਾਲਾ ਗੁੜ ਆ, ਇਹਨੂੰ ਬਰਫੀ ਗੁੜ ਕਹਿ ਲਓ ਜਾਂ ਮਸਾਲਾ ਗੁੜ ਕਹਿ ਲਓ, ਕਿਉਂਕਿ ਇਹਦੇ ਵਿੱਚ ਸੁੰਡ, ਸੌਂਫ, ਜਵੈਣ, ਤੇਲ, ਮੂੰਗਫਲੀ ਦੀ ਗਿਰੀ, ਨਾਰੀਅਲ ਗਿਰੀ ਤੇ ਦੇਸੀ ਘਿਓ। ਅੱਛਾ, ਦੇਸੀ ਘਿਓ ਵੀ ਇਹਦੇ ਵਿੱਚ ਪਾਇਆ ਜਾਂਦਾ? ਹਾਂਜੀ, ਦੇਸੀ ਘਿਓ ਪਾਈਦਾ ਜੀ, ਵੇਰਕਾ ਦਾ। ਸੋ ਇਸ ਕਰਕੇ ਇਹ ਜਿਹੜਾ ਹੈਗਾ ਇਹਦੀਆਂ ਟੁਕੜੀਆਂ ਕੱਟ ਕੇ ਜਿਵੇਂ ਆਪਣੇ ਕੰਜ਼ਿਊਮਰ ਖਪਤਕਾਰ ਹੈਗੇ ਆ ਉਹ ਰਿਸ਼ਤੇਦਾਰਾਂ ਨੂੰ ਦੇਣਾ ਮੈਂ, ਕਿਉਂਕਿ ਅੱਜ ਕੱਲ੍ਹ ਮਠਿਆਈ ਤੁਹਾਨੂੰ ਪਤਾ ਵੀ ਸ਼ੂਗਰ ਹੈਗੀ ਹਰ ਬੰਦੇ ਨੂੰ, ਔਰ ਗੁੜ ਹੀ ਦਿੰਦੇ ਆ, ਵੰਡਦੇ ਆ ਅੱਗੇ। ਔਰ ਸਾਡੇ ਕੋਲ ਤਾਂ ਵਿਆਹਾਂ ਦੇ ਆਰਡਰ ਵੀ ਇਸ ਵੇਲੇ ਬੁੱਕ ਆ ਜੀ, ਮਤਲਬ ਲੋਕ ਬੜੇ ਚਾਅ ਦੇ ਨਾਲ ਇਹ ਜਿਹੜਾ ਗੁੜ ਆ ਟੁਕੜੀ ਗੁੜ, ਇਹਨੂੰ ਵਿਆਹਾਂ ਦੇ ਵਿੱਚ ਡੱਬੇ ਦਿੰਦੇ ਆ ਵੀ ਮਠਿਆਈ ਦੀ ਜਗ੍ਹਾ ਤੇ ਜੀ। ਅੱਛਾ, ਇਹ ਨੋਰਮਲ ਤਰੀਕੇ ਦੇ ਨਾਲ ਹੀ ਪਾਤੇ ਲਾਉਂਦੇ ਹੋ ਤੇ ਉਹਦੇ ਤੋਂ ਬਾਅਦ ਇਹਦੇ ਵਿੱਚ ਸਾਰੇ ਮਸਾਲੇ ਪਾਏ ਜਾਂਦੇ ਨੇ? ਹਾਂਜੀ, ਜਦੋਂ ਉਧਰੋਂ ਗੰਡ ਦੇ ਵਿੱਚ ਅਸੀਂ ਲਾ ਲਈਦੀ ਆ, ਫਿਰ ਘਿਓ ਪਾਈਦਾ ਉਹਦੇ ਵਿੱਚ, ਫਿਰ ਘਿਓ ਤੋਂ ਬਾਅਦ ਦੇ ਵਿੱਚ ਮਸਾਲਾ ਵੀ ਪਾ ਕੇ ਸਾਰਾ ਕੁਝ ਰਲਾ ਦੇਣਾ।
ਯਾਨੀ ਅਸੀਂ ਇੱਕ ਦਿਖਾਵਟ ਨਹੀਂ ਕਰਦੇ ਕਿ ਜਿੱਦਾਂ ਹੁਣ ਟੁਕੜੀ ਆ, ਤੁਸੀਂ ਟੁਕੜੀਆਂ ਦੇਖ ਲਓ ਤੁਹਾਨੂੰ ਬਾਹਰ ਨਹੀਂ ਨਜ਼ਰ ਆਉਂਦਾ ਕੁਝ ਵੀ, ਕਿਉਂਕਿ ਉਹ ਸਾਰਾ ਕੁਝ ਮਿਕਸ ਹੋ ਗਿਆ, ਇੱਕ ਇੱਕ ਕਣ ਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ, ਤੇ ਇਸ ਕਰਕੇ ਉਹ ਦਿਸਦਾ ਨਹੀਂ ਉੱਪਰ ਵੀ ਇਹਦੇ ਵਿੱਚ ਕੀ ਪਾਇਆ, ਲੇਕਿਨ ਜਦੋਂ ਖਾਂਦੇ ਆ ਆਪਾਂ ਫਿਰ ਪਤਾ ਲੱਗਦਾ ਕਿ ਹਾਂ ਜੀ ਵੀ ਇਹਦੇ ਵਿੱਚ ਹੈ ਕੁਝ। ਅੱਛਾ ਅਮਰਜੀਤ ਜੀ, ਕਿੰਨੀ ਤਰ੍ਹਾਂ ਦਾ ਤੁਸੀਂ ਕਰਦੇ ਹੋ ਤਿਆਰ ਇਹ ਗੁੜ? ਇੱਕ ਤਾਂ ਪਲੇਨ ਗੁੜ ਹੋ ਗਿਆ ਜੀ, ਇੱਕ ਸ਼ੱਕਰ ਹੋ ਗਈ, ਤੇ ਇੱਕ ਵੱਡੀ ਟੁਕੜੀ ਹੋ ਗਈ ਜੀ, ਇੱਕ ਇਹ ਹੈਗੀ ਸੇਮ ਹੀ ਹੈ, ਟੁਕੜੀ ਦਾ ਸਾਈਜ਼ ਦਾ ਫਰਕ ਹੈ। ਇਹ ਛੋਟੀ ਟੁਕੜੀ 4 ਗ੍ਰਾਮ ਦੀ ਹੈ। ਸੋ ਇਹ ਮਤਲਬ ਇਸ ਤਰ੍ਹਾਂ ਹੈਗਾ ਜੀ, ਜੇ ਕੋਈ ਸਪੈਸ਼ਲ ਵੀ ਕਹਿੰਦੇ ਆ ਕਈ ਵੀ ਆਪਾਂ ਆਹ ਚੀਜ਼ ਪਾਉਣੀ ਆ, ਫਿਰ ਉਹ ਪਾ ਦੇਦੀ ਹੈ ਵੱਖਰੀ, ਜੇ ਕਿਸੇ ਨੇ ਹੋਰ ਕੋ ਵੱਖਰਾ ਬਣਵਾਉਣਾ ਤੇ ਹਾਂਜੀ ਇਸ ਤਰ੍ਹਾਂ ਵੀ ਹੋ ਜਾਂਦਾ ਜੀ। ਅੱਛਾ, ਇਹ ਸਪੈਸ਼ਲ ਤਰੀਕੇ ਨਾਲ ਜੇਕਰ ਕੋਈ ਹੋਰ ਸਮਾਨ ਵੀ ਐਡ ਕਰਨਾ ਤਾਂ ਉਹ ਵੀ ਕਰ ਦਿੰਦੇ ਤੁਸੀਂ? ਹਾਂਜੀ, ਕਈ ਕਹਿ ਦਿੰਦੇ ਆ ਕਿ ਮਤਲਬ ਸਾਨੂੰ ਆਹ ਚੀਜ਼ ਐਕਸਟਰਾ ਚਾਹੀਦੀ ਆ, ਫਿਰ ਉਸ ਹਿਸਾਬ ਨਾਲ ਵੀ ਕਰ ਦਈਦਾ, ਤੇ ਬਟ ਕਈ ਕਹਿੰਦੇ ਆ ਜੀ ਕਾਜੂ ਪਾਉਣੇ, ਬਦਾਮ ਪਾਉਣੇ, ਅਸੀਂ ਉਹ ਤੋਂ ਮਨਾ ਕਰ ਦਈਦਾ ਕਿ ਕਾਜੂ ਬਦਾਮ ਤਾਂ ਵੈਸੇ ਹੀ ਖਾ ਹੋ ਜਾਂਦੇ ਆ, ਗੁੜ ਦੇ ਵਿੱਚ ਪਾਉਣ ਦੀ ਲੋੜ ਨਹੀਂਗੀ, ਤੇ ਤੁਸੀਂ ਹਾਂਜੀ ਬਾਕੀ ਆਹ ਚੀਜ਼ਾਂ ਠੀਕ ਆ ਕਿ ਮੂੰਗਫਲੀ ਦੀ ਗਿਰੀ ਹੋ ਗਈ, ਨਾਰੀਅਲ ਗਿਰੀ ਹੋ ਗਈ, ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ। ਅੱਛਾ, ਗੁੜ ਫਿਰ ਵੇਚ ਕੇ ਕਿੱਥੇ ਹੁੰਦੇ ਕਿ ਜਾਂ ਲੋਕ ਲੈ ਜਾਂਦੇ ਨੇ ਇੱਥੋਂ ਆ ਕੇ? ਨਹੀਂ, ਲੋੜ ਨਹੀਂ ਪੈਂਦੀ ਵੇਚਣ ਦੀ ਜੀ, ਬਸ ਕੁਆਲਿਟੀ ਹੈ ਜੀ, ਕੁਆਲਿਟੀ ਦਾ ਕਰਕੇ ਜਿਹੜਾ ਸਾਰਾ ਜਿਹੜਾ ਇੱਕ ਵਾਰੀ ਲੈ ਗਿਆ ਉਹਨੇ ਗਾਂ ਹੋਰ ਬੰਦਿਆਂ ਨੂੰ ਦੱਸਣਾ ਹੀ ਦੱਸਣਾ ਕਿ ਮਤਲਬ ਫਲਾਣੇ ਥਾਂ ਗੁੜ ਮਿਲਦਾ ਜੀ। ਤੇ ਜਾਂ ਕਈ ਵਾਰੀ ਹੁੰਦਾ ਵੀ ਕੋਈ ਕਿਸੇ ਨੇ ਖਵਾਇਆ ਚਾਹ ਦੇ ਨਾਲ ਵੀ ਆ ਜਾਓ ਤੁਹਾਨੂੰ ਗੁੜ ਖਵਾਉਣੇ, ਜਾਂ ਆ ਲਿਆਂਦਾ ਗੁੜ ਜਾਂ ਚਾਹ ਪਿਆਈ, ਤੇ ਉਹਦੇ ਟੇਸਟ ਤੋਂ ਹੀ ਪਤਾ ਲੱਗ ਜਾਂਦਾ ਵੀ ਮਤਲਬ ਇਹ ਕਿੱਥੋਂ ਲਿਆਂਦਾ। ਤੇ ਅੱਜ ਕੱਲ੍ਹ ਇੱਕ ਹੋਰ ਬੜੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੁੜ ਚਾਹ ਦੇ ਵਿੱਚ ਪਾ ਲਓ ਤਾਂ ਚਾਹ ਫੁੱਟ ਜਾਂਦੀ ਹੈ, ਜਾਂ ਕਹਿੰਦੇ ਨੇ ਕਿ ਪਿਓਰਟੀ ਨਹੀਂ ਰਹੀ ਗੁੜ ਦੇ ਵਿੱਚ ਹੁਣ। ਚਾਹ ਫੜਦੀ ਜੀ ਜਦੋਂ ਜਾਂ ਗੰਨਾ ਕੱਚਾ ਹੋਵੇ, ਪੱਤ ਕੱਚੀ ਲਾਈ ਹੋਵੇ, ਤੇ ਜਾਂ ਕਈ ਹੋਰ ਕਾਰਨ ਵੀ ਹੈਗੇ ਆ, ਤੇ ਮਿਲਾਵਟ ਵੀ ਕੀਤੀ ਜਾਂਦੀ ਹੈ। ਮਿਲਾਵਟਾਂ ਤੇ ਹੁਣ ਕੀ ਦੱਸੀਏ ਜੀ, ਜਿਹੜੇ ਤਾਂ ਆਮ ਬਹੁਤ ਵੱਡੇ ਵੱਡੇ ਵੇਲਣੇ ਲੱਗੇ ਆ, ਉਹ ਤਾਂ ਆ 7-8 ਰੁਪਏ ਕਿਲੋ ਵਾਲੀ ਜਿਹੜੀ ਚੀਨੀ ਆ, ਜਿਹੜੀ ਰਿਜੈਕਟ ਕੀਤੀ ਚੀਨੀ ਆ, ਉਹ ਇਹਦੇ ਵਿੱਚ ਪਾਉਂਦੇ ਆ। ਹਾਂਜੀ, ਤੇ ਇਹ ਸ਼ੱਕਰ ਜਿਹੜੀ ਤਿਆਰ ਕੀਤੀ ਹੈ ਤਾਂ ਇਹਦੇ ਵਿੱਚ ਇਹ ਬੜੀ ਵਧੀਆ ਤਰੀਕੇ ਦੇ ਨਾਲ ਨਜ਼ਰ ਵੀ ਆ ਰਹੀ ਹੈ, ਤਾਂ ਇਹ ਖਾਸ ਕੀ ਹੈਗਾ, ਇਹ ਕਿਵੇਂ ਤਿਆਰ ਕੀਤੀ ਹੈ ਇਹ ਜੀ ਜਿੱਦਾਂ ਸ਼ੱਕਰ ਨਾ ਪਹਿਲਾਂ ਅਸੀਂ, ਕਿਉਂਕਿ ਆਮ ਲੋਕ ਜਿਹੜੇ ਆ ਬਹੁਤ ਜ਼ਿਆਦਾ ਸੋਡਾ ਪਾਉਂਦੇ ਆ, ਲੇਕਿਨ ਸ਼ੱਕਰ ਬਣਾਉਣ ਲਈ ਹਲਕਾ ਜਿਹਾ ਥੋੜਾ ਜਿਹਾ ਪਾਉਣਾ ਪੈਂਦਾ, ਜਿਵੇਂ ਕਹਿ ਲਓ ਕਿ 20 ਕਿਲੋ ਸ਼ੱਕਰ ਵਿੱਚ 10 ਗ੍ਰਾਮ, ਤੇ ਫਿਰ ਇਹਦੇ ਉੱਤੇ ਨਾ ਅਸੀਂ ਘੋੜੀ ਦੇ ਨਾਲ, ਲੱਕੜ ਦੀ ਘੋੜੀ ਹੈਗੀ ਆ, ਇਹ ਘੋੜੀ ਆ ਜੀ, ਜੇ ਪੁਰਾਣਾ ਬਜ਼ੁਰਗਾਂ ਵਾਲਾ ਤਰੀਕਾ ਜੀ, ਇਹਦੇ ਨਾਲ ਫਿਰ ਰਗੜ ਕੇ ਫਿਰ ਉਹ ਛਾਨਣਾ ਰੱਖਿਆ ਜੀ, ਇਹ ਛਾਨਣੇ ਦੇ ਨਾਲ ਛਾਣ ਕੇ ਫਿਰ ਕੁਆਲਿਟੀ ਬਣਦੀ ਆ ਜੀ। ਤੇ ਜਿਹੜੇ ਕੋਈ ਆਮ ਆ ਉਹ ਕੀ ਕਰਦੇ ਆ ਕਿ ਜ਼ਿਆਦਾ ਸੋਡਾ ਪਾ ਕੇ ਵੀ ਬਣਾਉਂਦੇ ਆ, ਉਹ ਹੱਥਾਂ ਨਾਲ ਮਾੜੀ ਮੋਟੀ ਮਲ ਕੇ ਢੇਲੀਆਂ ਵਿੱਚ ਹੀ ਰਹਿਣ ਦਿੰਦੇ ਆ, ਤੇ ਆਪਾਂ ਉਸ ਪਾਸੇ ਨੂੰ ਨਹੀਂ ਜਾਂਦੇ ਵੀ ਆਪਾਂ ਉਹ ਕੰਮ ਕਰ ਲਈ ਵੀ ਜ਼ਿਆਦਾ ਸੋਡਾ ਪਾ ਕੇ, ਹਾਂ ਫਿਰ ਜਾ ਕੇ ਕੁਆਲਿਟੀ ਬਣਦੀ ਆ ਜੀ। ਸ਼ਾਨ ਕਿੰਨਾ ਗੁੜ ਤਿਆਰ ਕਰ ਲੈਂਦੇ ਤੁਸੀਂ ਫਿਰ ਇੱਕ ਦਿਨ 'ਚ? ਅਸੀਂ ਰੋਜ਼ ਨਹੀਂ ਚਲਾਉਂਦੇ, ਕਿਉਂਕਿ ਅਸੀਂ ਆਪਣਾ ਹੀ ਕੰਮ ਕਰਨਾ ਹੁੰਦਾ, ਤੇ ਅਸੀਂ 2 ਦਿਨ ਵੇਲਣਾ ਗੰਨਾ ਵੀ ਛਿਲਣਾ ਹੁੰਦਾ ਆਪ, ਕਿਉਂਕਿ ਅਸੀਂ ਨਾ ਛਿਲਾਈ ਕਰਵਾਉਣੇ ਆ ਦਿਹਾੜੀ ਤੇ, ਆਪਣੇ ਬੰਦੇ ਜਿਹੜੇ ਆ ਉਹ ਗੁੜ ਗੰਨਾ ਛਿਲਦੇ ਆ, ਤੇ ਠੇਕੇ ਤੇ ਨਹੀਂ ਚਲਾਉਂਦੇ, ਕਿਉਂਕਿ ਠੇਕੇ ਤੇ ਤੁਹਾਨੂੰ ਪਤਾ ਵੀ ਗੰਨੇ ਦੀ ਛਿਲਾਈ ਜਿਹੜੀ ਆ, ਆਗ ਵੀ ਨਾਲ ਹੀ ਹੁੰਦੇ ਆ, ਖਰਾਬ ਗੰਨੇ ਵਿੱਚ ਹੀ ਆ ਜਾਂਦੇ ਆ, ਤੇ ਅਸੀਂ ਉਹ ਸਾਰਾ ਤੁਸੀਂ ਗੰਨੇ ਤੇ ਦੇਖਿਆ ਕਿਵੇਂ ਕੋਈ ਵੀ ਗੰਨਾ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਡੈਮੇਜ ਹੋਵੇ ਵਿੱਚੋਂ, ਕੋਈ ਲਾ ਲਿਆ, ਜਾਂ ਫਿਰ ਕੱਚਾ ਗੰਨਾ ਵੀ ਲਾਈਦਾ, ਉਹ ਇਸ ਕਰਕੇ ਵਿੱਚੋਂ 2 ਦਿਨ ਅਸੀਂ ਛਿਲਾਈ ਕਰੀਦੀ ਆ, ਫਿਰ ਅਗਲੇ ਦਿਨ ਗੁੜ ਕੱਢ ਲਈਦਾ। ਤੇ ਇੱਕ ਦਿਨ ਦੇ ਵਿੱਚ ਅਸੀਂ ਜਿਵੇਂ ਸਵੇਰੇ ਅਸੀਂ 4 ਵਜੇ ਚਲਾਇਆ ਸੀ, ਰਾਤ ਨੂੰ 11 ਵੱਜ ਜਾਣੇ ਜੀ, ਇੱਕ ਦਿਨ ਇੱਧਰ ਚੰਗੀ ਤਰ੍ਹਾਂ ਠੋਕ ਕੇ ਲਾ ਲਿਆ ਜੀ, ਤੇ 2 ਦਿਨ ਫਿਰ ਉਹ ਕੰਮ ਕਰਾਂਗੇ, ਤੇ ਅਸੀਂ ਅੱਜ 6.5-7 ਕੁਇੰਟਲ ਗੁੜ ਜਿਹੜਾ ਬਣਾ ਦੇਣਾ, ਇਹ ਸਾਡਾ ਕੱਲ ਤੱਕ ਖਤਮ ਹੋ ਜਾਣਾ ਜੀ। ਲੱਗਦਾ ਕਿ ਇਹ ਸਾਰੇ ਵੀਰ ਜਿਹੜੇ ਖੜੇ ਨੇ ਇਹ ਲੈਣ ਵਾਲੇ ਆਏ ਹੋਏ ਨੇ? ਸਾਰੇ ਗੁੜ ਲੈਣ ਹੀ ਆਏ ਜੀ, ਹਾਂਜੀ, ਔਰ ਦੂਰੋਂ ਆ ਜੀ, ਜਿਵੇਂ ਕਿ ਭਾਜੀ ਹੁਣੀ ਹੁਸ਼ਿਆਰਪੁਰ ਤੋਂ ਹੈ, ਇੱਕ ਇੱਧਰ ਸਾਡਾ ਪਰਿਵਾਰ ਅੰਦਰ ਹੈ ਜੀ ਚੰਡੀਗੜ੍ਹ ਤੋਂ ਆ ਜੀ, ਤੇ ਹਾਂਜੀ ਇਹਨਾਂ ਨੇ ਇੰਗਲੈਂਡ ਜਾਣਾ, ਇੰਗਲੈਂਡ ਵਾਸਤੇ ਲੈ ਕੇ ਜਾਣਾ ਗੁੜ। ਹਾਂਜੀ, ਸੋ ਮਾਤਾ ਹੁਣਾਂ ਨਾਲ ਵੀ ਗੱਲ ਕਰਦੇ ਨੇ। ਮਾਤਾ ਜੀ ਕਿੱਥੋਂ ਆਏ ਤੁਸੀਂ? ਅਸੀਂ ਬੇਟੇ ਚੰਡੀਗੜ੍ਹ ਤੋਂ ਆਏ ਆ, ਮੋਹਾਲੀ ਰਹਿੰਦੇ ਹਾਂ ਅਸੀਂ। ਇੰਨੀ ਦੂਰੋਂ ਤੁਸੀਂ ਸਪੈਸ਼ਲ ਆਏ ਇੱਥੇ ਭੋਗਪੁਰ ਦੇ ਲਾਗੇ, ਤਾਂ ਇਹ ਪਹਿਲਾਂ ਸੁਣਿਆ ਸੀਗਾ ਕਿ ਜਾਂ ਪਹਿਲਾਂ ਵੀ ਖੜਦੇ ਹੋ ਇੱਥੇ ਗੁੜ? ਨਹੀਂ, ਸਾਨੂੰ ਪਹਿਲਾਂ ਨਹੀਂ ਪਤਾ ਸੀ, ਅਸੀਂ ਇਹਨਾਂ ਨੂੰ ਫੋਨ ਕੀਤਾ ਸੀ ਤਾਂ ਇਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਇਸ ਦਿਨ ਤੁਸੀਂ ਆ ਜਿਓ। ਹਾਂ, ਅਸੀਂ ਪਹਿਲੀ ਵਾਰੀ ਆਏ ਆ ਵੈਸੇ। ਅੱਛਾ, ਇਹ ਵਾਕਈ ਤੁਸੀਂ ਇੰਗਲੈਂਡ ਭੇਜਣਾ ਗੁੜ? ਇਹ ਇੰਗਲੈਂਡ ਵਾਲਾ ਮੁੰਡਾ ਨਾਲ ਹੀ ਆ। ਹਾਂਜੀ ਹਾਂਜੀ ਇਹ ਹੋਰ ਵੀ ਤੁਸੀਂ ਵੈਸੇ ਤਾਂ ਪਹਿਲਾਂ ਵੀ ਗੁੜ ਖਾਦਾ ਹੋਊਗਾ ਕਈ ਤਰ੍ਹਾਂ ਦਾ, ਇਹ ਹੁਣ ਟੇਸਟ ਕਰ ਲਿਆ ਤੁਸੀਂ ਇੱਥੇ ਆ ਕੇ? ਦੇਖਿਆ, ਬਹੁਤ ਵਧੀਆ ਹਾਂਜੀ ਹਾਂਜੀ। ਅੱਛਾ, ਕਈ ਪ੍ਰਕਾਰ ਦੇ ਇਹਨਾਂ ਦੇ ਕੋਲ ਹੈਗੇ ਨੇ ਗੁੜ, ਜਿਵੇਂ ਕਹਿੰਦੇ ਨੇ ਕਿ ਮਸਾਲਾ ਗੁੜ ਵੀ ਹੈਗਾ ਸਾਡੇ ਕੋਲ, ਜਾਂ ਸ਼ੱਕਰ ਵੀ ਹੈਗੀ ਆ, ਜਾਂ ਦੂਜਾ ਗੁੜ ਹੈਗਾ, ਤਾਂ ਡਿਫਰੈਂਸ ਮਹਿਸੂਸ ਕੀਤਾ ਤੁਸੀਂ? ਸ਼ੱਕਰ ਦਾ ਦੇਖਿਆ ਤਾਂ ਬਹੁਤ ਡਿਫਰੈਂਟ, ਬਹੁਤ ਡਿਫਰੈਂਟ ਆ। ਬਾਹਰ ਮੈਨੂੰ ਯਾਦ ਆਇਆ ਕਿ ਐਨਆਰਆਈ ਬੜਾ ਲਾਈਕ ਕਰਦੇ ਨੇ ਕਿ ਵਧੀਆ ਜਿਹੜਾ ਸ਼ੁੱਧ ਗੁੜ ਮੰਨਿਆ ਜਾਂਦਾ ਸੀਗਾ ਪੰਜਾਬ ਦਾ, ਉਹ ਲੱਭਦੇ ਨੇ, ਕਹਿੰਦੇ ਨੇ ਕਿ ਬਹੁਤ ਘੱਟ ਲੱਭਦਾ। ਵਾਕਈ ਡਿਮਾਂਡ ਹੈਗੀ ਇਸ ਚੀਜ਼ ਦੀ? ਤੋਂ ਅਸੀਂ ਲਈਦਾ ਉਹ ਇੰਨਾ ਵਧੀਆ ਨਹੀਂ ਨਿਕਲਦਾ, ਜਿੱਦਾਂ ਹੁੰਦਾ ਵੀ ਮਹਿੰਗਾ ਉੱਦਾਂ ਦਾ,
ਪਰ ਮਹਿੰਗੇ ਸਸਤੇ ਦੀ ਨਹੀਂ ਕੋਈ ਗੱਲ, ਪਰ ਉਹ ਜੇ ਕੁਆਲਿਟੀ ਵਧੀਆ ਹੋਵੇ ਤਾਂ ਹੀ ਹੈ ਨਾ। ਉਹ ਕੋਈ ਲਈਦਾ ਪਲਾਸਟਿਕ ਦੇ ਡੱਬਿਆਂ 'ਚ ਹੁੰਦਾ, ਉਹ ਮਹੀਨੇ ਕੁ ਬਾਅਦ ਉਹ ਕੋਈ ਸੌਫਟ ਬਹੁਤ ਹੁੰਦਾ ਜਿੱਦਾਂ ਨਾ, ਉੱਲੀ ਜਿਹੀ ਲੱਗ ਜਾਂਦੀ ਕਈ ਵਾਰੀ ਦਵਾਈ। ਪਰ ਮੈਂ ਕਿਹਾ ਹੁਣ ਮੈਂ ਆਇਆ ਸੀ, ਚਲੋ ਇੱਥੋਂ ਇਹਨਾਂ ਦਾ ਦੇਖਿਆ ਸੀ ਤੇ ਲੈ ਜਾਂਦੇ ਆ। ਮੈਂ ਕਹਿੰਦਾ ਲੈ ਕੇ ਜਾਂਦੇ ਜਦੋਂ ਹੁੰਦੇ ਪੰਜਾਬ? ਹਾਂ ਜੀ ਲੈ ਕੇ ਜਾਈਦਾ, ਪਰ ਆਹ ਫਿਰ ਇਹਨਾਂ ਦਾ ਦੇਖਿਆ ਸੀ ਆਰਗੈਨਿਕ ਆ ਹਨਾ, ਬਹੁਤ ਵਧੀਆ। ਇਹਦੇ ਨਾਲ ਦਾ ਗੁੜ ਮਿਲਦਾ ਹੀ ਨਹੀਂ ਹੈਗਾ ਕਿਤੇ ਜੀ। ਹਾਂਜੀ ਕਿੰਨਾ ਲੈ ਕੇ ਚੱਲੇ ਹੋ ਹੁਣ? ਅਸੀਂ 15 ਕਿਲੋ। ਹਾਂਜੀ ਹਾਂਜੀ ਠੀਕ ਹੈ, ਤਾਂ ਇਹ ਡਿਮਾਂਡ ਹੈਗੀ ਹੈ ਇਹਨਾਂ ਦੀ ਕਿ ਜਿਹੜਾ ਉਹ ਗੁੜ ਆਰਗੈਨਿਕ ਹੈਗਾ, ਉਹਦੇ ਕਾਰਨ ਜਿਹੜੇ ਨੇ ਲੋਕ ਉਹ ਲੱਭਦੇ ਹੈਗੇ ਨੇ ਕਿ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਉਹ ਗੁੜ ਇੱਥੋਂ ਜਿਹੜਾ ਹੈਗਾ ਮਿਲਦਾ। ਤਾਂ ਹੋਰ ਵੀ ਵੀਰ ਇੱਕ ਹੈਗੇ ਨੇ। ਬਾਈ ਤੁਸੀਂ ਕਿੱਥੋਂ ਆਏ? ਮੈਂ ਟਾਂਡੇ ਤੋਂ ਆਇਆ ਜੀ। ਅੱਛਾ, ਤੁਸੀਂ ਟਾਂਡੇ ਤੋਂ ਹਾਂਜੀ, ਅੱਛਾ, ਪਹਿਲਾਂ ਵੀ ਆਉਂਦੇ ਕਿ ਜਾਂ ਪਹਿਲੀ ਵਾਰੀ ਆਏ? ਤਕਰੀਬਨ 4-5 ਸਾਲ ਹੋ ਗਏ ਆਉਂਦਿਆਂ ਨੂੰ। ਖਾਸ ਕੀ ਲੱਗਦਾ ਇਹ ਵੇਲਣੇ ਦਾ ਤੁਹਾਨੂੰ? ਭਾਜੀ ਐਕਚੁਅਲੀ ਜਿਹੜਾ ਆ ਗੁੜ ਜਿਹੜਾ ਹੈ ਨਾ, ਇੱਕ ਤਾਂ ਆਰਗੈਨਿਕ ਤੇ ਕੰਮ ਕਰਦੇ ਕਰਕੇ ਸ਼ੁਰੂ ਤੋਂ, ਜਦੋਂ ਅਸੀਂ 4-5 ਸਾਲ ਹੋ ਗਏ ਜਦੋਂ ਸ਼ੁਰੂ ਤੋਂ ਲੈਨੇ ਆ ਗੁੜ, ਤੇ ਗੁੜ ਜਿਹੜਾ ਆ ਗੁੜ ਦੀ ਕੁਆਲਿਟੀ ਇੰਨੀ ਵਧੀਆ ਹੈ ਵੀ ਤੁਸੀਂ ਭਾਵੇਂ 1 ਸਾਲ ਪੂਰਾ ਯੂਜ਼ ਕਰੋ ਵੀ ਆਰਗੈਨਿਕ ਕਰਕੇ, ਵੀ ਕਦੀ ਗੁੜ ਨਾ ਕਦੀ ਕੋਈ ਕਿਸੇ ਤਰ੍ਹਾਂ ਦੀ, ਆਪਣੇ ਨੈਚੁਰਲੀ ਹੁੰਦਾ ਘਰਾਂ ਦੇ ਵਿੱਚ ਵੀ ਚਾਹ ਬਣਾਉਣੀ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਬੜਾ ਵਧੀਆ ਸਾਲ ਇੱਕ ਗੁੜ ਵਰਤੀਦਾ, ਬੜਾ ਵਧੀਆ ਆਈਦਾ, ਬੜੇ ਪਿਆਰ ਨਾਲ, ਬਲਕਿ ਚੀਜ਼ ਦੀ ਕੁਆਲਿਟੀ ਬਹੁਤ ਵਧੀਆ ਹੈ ਗੁੜ ਦੀ। ਤੇ ਉੱਦਾਂ ਵੀ ਭਾਜੀ ਹੁਣਾਂ ਦਾ ਵਧੀਆ ਮਿਲਵਰਤਨ ਵੀ ਵਧੀਆ ਹੈ, ਕੰਮ ਵਧੀਆ ਤਰੀਕੇ ਦੇ ਨਾਲ, ਸਾਰਾ ਪ੍ਰੈਪਰੇਸ਼ਨ ਇਹਦੀ ਬਹੁਤ ਵਧੀਆ ਹੈ। ਹਾਂਜੀ ਹਾਂਜੀ। ਤਾਂ ਇਹ ਲੋਕ ਹੈਗੇ ਨੇ ਜਿਹੜੇ ਉਹ ਦੂਰੋਂ ਆਉਂਦੇ ਨੇ, ਆ ਕੇ ਗੁੜ ਜਿਹੜਾ ਲੈਂਦੇ ਨੇ। ਤਾਂ ਅਮਰਜੀਤ ਵੀ ਸਾਡੇ ਨਾਲ ਹੈਗੇ ਨੇ। ਅੱਛਾ ਬਾਈ ਜੀ, ਦੱਸਦੇ ਨੇ ਵਾਕਈ ਕਿ ਇੰਗਲੈਂਡ ਲੈ ਕੇ ਚੱਲੇ ਨੇ ਇਹ ਗੁੜ, ਤਾਂ ਇਹ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਪਿਓਰ ਇਹ ਆਰਗੈਨਿਕ ਹੈਗਾ? ਇਹ ਕਿਹਾ ਜਾਂਦਾ ਕਿ ਆਰਗੈਨਿਕ ਹੈਗਾ, ਇਹਦੇ ਵਿੱਚ ਜਿਹੜੇ ਜੇਕਰ ਨਹੀਂ ਆਰਗੈਨਿਕ ਗੁੜ ਹੁੰਦਾ ਤਾਂ ਉਹਦੇ ਵਿੱਚ ਮਿਲਾਵਟ ਕਿਸ ਤਰੀਕੇ ਦੀ ਹੁੰਦੀ ਹੈ? ਇਦਾਂ ਜੀ, ਜਿਹੜੀਆਂ ਆਮ ਹੈਗੇ ਨੇ, ਚਲੋ ਇੱਕ ਗੰਨਾ ਵੀ ਆਰਗੈਨਿਕ ਕਰਨਾ ਪੈਂਦਾ, ਕਿਉਂਕਿ ਆਪਣਾ ਜ਼ਮੀਨ ਜਿੱਦਾਂ ਆਰਗੈਨਿਕ ਹੈ ਨਾ, ਤੇ ਆਪਣਾ ਉਸ ਪੱਖੋਂ ਵੀ ਹੋ ਗਿਆ ਆਰਗੈਨਿਕ। ਫਿਰ ਅਸੀਂ ਗੰਨੇ ਜਦੋਂ ਗੁੜ ਦੀ ਸਫਾਈ ਕਰਦੇ ਆ, ਉਦੋਂ ਵੀ ਸਗਲਾਈ ਦਾ ਪਾਣੀ ਪਾਉਂਦੇ ਆ। ਸਗਲਾਈ ਯਾਨੀ ਜੰਗਲੀ ਭਿੰਡੀ, ਉਹ ਮੇਰੇ ਖਿਆਲ ਅੰਦਰ ਆ ਪਈ ਉੱਥੇ, ਸਵੇਰੇ ਇੱਥੇ ਕੁੱਟ ਲਈਦੀ ਆ, ਉਹ ਕੁੱਟ ਕੇ ਤੇ ਉਹ ਬਾਲਟੀ ਦੇ ਵਿੱਚ ਪੁਣ ਲਈਦੀ ਆ। ਮੈਂ ਉੱਥੇ ਸ਼ਾਟ ਤੁਹਾਨੂੰ ਦਿਖਾ ਦਿੰਦਾ ਅੰਦਰ। ਹਾਂਜੀ, ਤੇ ਏਰਕਾ ਘਿਓ ਦੇ ਡੱਬੇ ਰੱਖੇ ਨੇ, ਘਿਓ ਉਹਦੇ ਚ ਪਾਉਂਦੇ ਗੁੜ ਚ? ਜੀ, ਆ ਜਿਹੜਾ ਗੁੜ ਹੈ ਨਾ, ਟੁਕੜੀ ਗੁੜ, ਇਹਦੇ ਵਿੱਚ ਸਾਰਾ ਗੁੜ ਵੀ ਪਾਉਣੇ ਅਸੀਂ। ਹਾਂਜੀ, ਵੱਡੇ ਪੈਕਟ ਵੀ ਲਾਈਦੇ ਆ, ਛੋਟੇ ਵੀ ਲਾਈਦੇ ਆ, ਸੋ ਇਹਦੇ ਵਿੱਚ ਗੁੜ ਵੀ ਪੈਂਦਾ ਜੀ ਨਾਲ। ਹਾਂਜੀ। ਕਿ ਕਿੰਨਾ ਕੁ ਸਮਾਂ ਚੱਲਦਾ, ਕਿੰਨੇ ਮਹੀਨੇ ਚੱਲਦਾ ਗੁੜ ਦਾ ਕੰਮ? ਇਹ ਭਾਜੀ ਆਪਣਾ ਅਪ੍ਰੈਲ ਦੇ ਵਿੱਚ ਪਹਿਲੇ ਹਫਤੇ ਬੰਦ ਹੋ ਜਾਣਾ ਜੀ। ਸ਼ੁਰੂ ਕਦੋਂ ਹੋਣੀ ਹੋਇਆ? ਸ਼ੁਰੂ ਹੋਣ ਹੋਇਆ ਜੀ 15 ਨਵੰਬਰ ਤੋਂ ਬਾਅਦ ਸ਼ੁਰੂ ਹੋਇਆ। ਹਾਂਜੀ, ਬਸ ਹੁਣ ਇਹ ਮਤਲਬ ਸਹੀ ਆਰਾਮ ਨਾਲ ਚੱਲਦੇ ਜਾਣਾ, ਬਸ ਤਸੱਲੀ ਨਾਲ ਕੰਮ ਕਰਨਾ ਜੀ, ਕਾਹਲੀ ਕੋਈ ਨਹੀਂ ਗੀ, ਕਿਉਂਕਿ ਗੁੜ ਸਾਨੂੰ ਪਤਾ ਸਾਡਾ ਸਾਰਾ ਹੀ ਵਿਕਿਆ ਆ ਜੀ। ਹਾਂ, ਪੂਰਾ ਵੀ ਨਹੀਂ ਹੁੰਦਾ, ਵਿਕਣਾ ਤਾਂ ਇੱਕ ਪਾਸੇ ਰਹਿ ਗਿਆ। ਆਮ ਤੌਰ ਤੇ ਇਹ ਵੀ ਗੱਲ ਆਉਂਦੀ ਆ ਕਿ ਆਰਗੈਨਿਕ ਕਹਿੰਦੇ ਖੇਤੀ ਕਰਦੇ ਆ, ਆਰਗੈਨਿਕ ਖੇਤੀ ਦੇ ਵਿੱਚ ਪੈਸੇ ਵੀ ਕਹਿੰਦੇ ਨੇ ਕਿ ਜ਼ਿਆਦਾ ਫਿਰ ਉਹ ਜਿਹੜੀ ਚੀਜ਼ ਆ ਮਹਿੰਗੇ ਮੁੱਲ ਤੇ ਦੇਣੀ ਪੈਂਦੀ ਆ, ਤੇ ਕਹਿੰਦੇ ਉਹਦੇ ਵਿੱਚ ਬਚਤ ਘੱਟ ਹੁੰਦੀ ਆ ਜਾਂ ਲੋਕ ਲੈਂਦੇ ਨਹੀਂ। ਦੇਖੋ ਪਤਾ ਕੀ ਆ, ਜਦੋਂ ਆਪਾਂ ਜ਼ਮੀਨ 'ਚ ਪਹਿਲਾਂ ਸ਼ੁਰੂਆਤ ਕਰਦੇ ਆ, ਥੋੜਾ ਬਹੁਤ ਜਿਵੇਂ ਜ਼ਮੀਨਾਂ ਨਸ਼ੇ ਤੇ ਲੱਗੀਆਂ ਨਾ ਆਪਣੀਆਂ, ਉਹਨਾਂ ਨੂੰ ਨਸ਼ੇ ਤੋਂ ਹਟਾਉਣ ਲੱਗਿਆ ਇੱਕ ਵਾਰੀ ਹਿਲਜੁਲ ਹੁੰਦੀ ਆ, ਥੋੜਾ ਝਾੜ ਦਾ ਫਰਕ ਪੈਂਦਾ। ਨੰਬਰ 2, ਫਿਰ 2-3 ਸਾਲ ਬਾਅਦ ਐਨ ਵਧੀਆ ਰਿਜ਼ਲਟ ਆਉਣ ਲੱਗ ਪੈਂਦਾ ਝਾੜ। ਸੋ ਪਰ ਆਪਾਂ 1 ਸਾਲ ਪੈਲੀ ਵੀ ਖਾਲੀ ਰੱਖਣੀ, ਤੇ ਉਹ ਜਿਹੜੇ ਪੈਸੇ ਸਾਡੇ ਫਿਰ ਰੇਟ ਦੇ ਵਿੱਚ ਕਵਰ ਹੋਣੇ। ਫਿਰ ਅਸੀਂ ਜਿਹੜਾ ਗੁੜ ਆ, ਸਾਡੇ ਗੁੜ ਦਾ ਵਜਨ ਵੀ ਘੱਟ ਆ, ਕਿਉਂਕਿ ਅਸੀਂ ਪੂਰੀ 114 ਡਿਗਰੀ ਕਰਕੇ ਫੇਰ ਪੱਤ ਲਾਉਣੀ ਆ, ਕੱਚੀ ਨਾ ਲੱਥੇ ਪੱਤ। ਸ਼ੱਕਰ ਦੀ 120 ਡਿਗਰੀ ਤੇ ਜਾ ਕੇ। ਇਹ ਕਿਵੇਂ ਪਤਾ ਲੱਗਦਾ ਕਿ ਇੰਨੇ ਡਿਗਰੀ ਤੇ ਹੋ ਗਿਆ ਇਹ? ਉਹ ਥਰਮਾਮੀਟਰ ਰੱਖਿਆ ਜੀ ਲੇਜ਼ਰ ਵਾਲਾ, 500 ਡਿਗਰੀ ਵਾਲਾ। ਹਾਂਜੀ, ਉਹਦੇ ਨਾਲ ਹੀ ਪਤਾ ਲੱਗਦਾ ਕਿ 114 ਡਿਗਰੀ ਹੋ ਗਿਆ ਤੇ ਸ਼ੱਕਰ 120 ਡਿਗਰੀ ਹੋ ਗਈ, ਕਿਉਂਕਿ ਜੇ ਕੱਚੀ ਲਾਵਾਂਗੇ ਉਹਦਾ ਵਜਨ ਵਧੂਗਾ ਤੇ ਖਰਾਬ ਹੋਊਗਾ ਜਲਦੀ। ਵੈਸੇ ਇਹ ਰੇਟ ਕੀ ਰੱਖਿਆ ਤੁਸੀਂ? ਵੈਸੇ ਰੇਟ ਲਿਸਟ ਤਾਂ ਉੱਥੇ ਲਾਈ ਹੋਈ ਆ, ਮੋਟੇ ਤੌਰ ਤੇ ਦੱਸ ਦਿਓ ਕਿ ਕਿਹੜੇ ਹਿਸਾਬ ਦੇ ਨਾਲ ਦਿੰਦੇ? 2022 ਦਾ ਰੇਟ ਜੀ 110 ਰੁਪਏ ਚਾਹ ਵਾਲਾ, ਤੇ ਜਿਹੜਾ ਸ਼ੱਕਰ 130 ਰੁਪਏ, ਤੇ ਜਿਹੜਾ ਇਹ ਪਲੇਨ ਗੁੜ ਆ, ਇੱਕ ਵੱਡੀ ਟੁਕੜੀ ਆ, ਇਹ 200 ਰੁਪਏ ਕਿਲੋ, ਜਿਹੜੀ ਛੋਟੀ ਟੌਫੀ ਆ 250 ਰੁਪਏ ਕਿਲੋ ਜੀ। ਹਾਂਜੀ, ਤੇ ਹਲਦੀ ਜਿਹੜੀ ਆ ਉਹ ਆਪਣੀ 300 ਰੁਪਏ ਕਿਲੋ ਕਰਦੇ ਤੁਸੀਂ ਵੀ। ਹਾਂਜੀ, ਹਲਦੀ ਦਾ ਖੇਤ ਆ ਇੱਥੇ ਰਸਤੇ 'ਚ ਹੈ, ਉਹਨੂੰ ਅਸੀਂ ਪੂਰਾ ਖੇਤ ਮਲਚਿੰਗ ਕਰ ਦਈਦਾ ਜੀ। ਹਾਂਜੀ, ਤੇ ਪੂਰਾ ਖੋਰੀ ਹੋਵੇ, ਪਰਾਲੀ ਹੋਵੇ, ਕਿਉਂਕਿ ਅਸੀਂ ਅੱਗ ਖੇਤਾਂ ਵਿੱਚ ਹੀ ਨਹੀਂ, ਆਪਣੇ ਜਿਹੜੇ ਘਰਾਂ 'ਚ ਵੀ ਰੁੱਖ ਲੱਗੇ ਉਹਨਾਂ ਦੇ ਪੱਤਿਆਂ ਨੂੰ ਵੀ ਅੱਗ ਨਹੀਂ ਲਾਉਂਦੇ ਅਸੀਂ। ਫਿਰ ਜਿਹੜੇ ਇਹ ਅਸੀਂ ਗੰਨੇ ਦੀ ਜਿੰਨੀ ਸਵਾਹ ਆ ਦੀ ਚੂਰੇ ਦੀ ਹੈ ਨਾ, ਗੁੜ ਬਣਾਉਣ ਲੱਗਿਆ ਸਵਾਹ ਬਣਦੀ ਆ, ਉਹ ਸਵਾਹ ਤੇ ਪਲੱਸ ਜਿੰਨੀ ਮੈਲ ਆਪਾਂ ਕੱਢਦੇ ਆ, ਇਹਦੀ ਗੰਨੇ ਦੀ ਸਫਾਈ ਕਰਨ ਲੱਗਾ ਮੈਲ ਨਿਕਲਦੀ ਆ, ਉਹ ਸਾਰੀ ਸਵਾਹ ਦੇ ਵਿੱਚ ਰਲਾ ਕੇ ਉਹਨੂੰ ਆਪਣੇ ਖੇਤਾਂ 'ਚ ਪਾਉਂਦੇ ਆ, ਤਾਂ ਕਿ ਖੇਤਾਂ ਦੀ ਸਾਡੀ ਤਾਕਤ ਜਿਹੜੀ ਆ ਉਹ ਬਰਕਰਾਰ ਰਹੇ। ਅਮਰਜੀਤ ਜੀ, ਕਿੰਨੇ ਖੇਤ ਤੁਸੀਂ ਲਾਉਂਦੇ ਹੋ ਫਿਰ ਕਮਾਦ? ਉੱਦਾਂ ਸਾਡੇ ਕੋਲ ਹੁਣ 14 ਖੇਤ ਹੋ ਗਈ ਜ਼ਮੀਨ, 2 ਖੇਤ ਮੁੱਲ ਲਏ ਸੀ, ਤੇ ਅਸੀਂ 9 ਖੇਤ ਲਾਉਨੇ, 9-10 ਖੇਤ,
3 ਕੁ ਖੇਤ ਸਾਡੇ ਜਿਹੜੇ ਹੈਗੇ ਆ ਉਹ ਵਿਹਲੇ ਪਏ ਆ, ਉਹ ਜਿੱਦਾਂ ਵੀ ਉਹਨੂੰ ਰੋਟੇਸ਼ਨ ਦੇ ਵਿੱਚ ਰੱਖਿਆ ਹਨਾ, ਤੇ ਇੱਕ ਖੇਤ ਹਲਦੀ, ਤੇ ਬਾਕੀ ਆਪਣੇ ਪੱਠੇ ਪੁੱਠੇ ਜਾਂ ਘਰ ਬਾਹਰ ਵੀ ਖੇਤਾਂ 'ਚ ਹੀ ਇੱਥੇ ਜੀ। ਕਣਕ ਝੋਨਾ ਨਹੀਂ? ਨਹੀਂ ਜੀ, ਕਣਕ ਝੋਨਾ ਬਸ ਬੰਦ ਹੈ ਜੀ। ਬੜੀ ਇਹ ਵੀ ਚਰਚਾ ਹੁੰਦੀ ਹੈ ਕਿ ਕਣਕ ਝੋਨੇ ਤੋਂ ਪਾਸੇ ਹਟ ਕੇ ਕਿਸਾਨ ਚੱਲਣ, ਪਰ ਕਹਿੰਦੇ ਨੇ ਕਿ ਸਾਡੇ ਕੋਲ ਬਦਲ ਨਹੀਂ ਹੈਗਾ, ਤਾਂ ਤੁਸੀਂ ਕਣਕ ਵੀ ਨਹੀਂ ਲਾਉਂਦੇ ਤੇ ਝੋਨਾ ਵੀ ਨਹੀਂ ਲਾਉਂਦੇ। ਬਦਲ ਇੱਦਾਂ ਜੀ, ਮੈਂ ਇੱਕ ਗੱਲ ਦੱਸਾਂ ਜੀ, ਹੁਣ ਸਾਰਾ ਕਸੂਰ ਕਿਸਾਨਾਂ ਦਾ ਵੀ ਹੈ ਨਹੀਂ, ਤੇ ਸਰਕਾਰਾਂ ਨੇ ਹੀ ਕਿਸਾਨਾਂ ਨੂੰ ਖਾਦਾਂ ਦਿੱਤੀਆਂ, ਤੇ ਜਿਵੇਂ ਗਾਂ ਤੋਂ ਗਾਂ ਆਦਤ ਬਣ ਗਈ, ਹੁਣ ਉਸ ਚੀਜ਼ ਨੂੰ ਛਡਾਉਣਾ ਵੀ ਸਰਕਾਰ ਦਾ ਹੀ ਥੋੜਾ ਫਰਜ਼ ਬਣਦਾ। ਚਲੋ ਬਹੁਤ ਘੱਟ ਕਿਸਾਨ ਆ ਜਿਹੜੇ ਆਪਣੇ ਆਪ ਤੁਰੇ, ਜਿਵੇਂ ਹੁਣ ਅਸੀਂ ਹੈਗੇ ਆ ਜਾਂ ਹੋਰ ਵਿਰਲੇ ਕਿਸਾਨ ਕਾਫੀ ਹੈਗੇ ਪੰਜਾਬ 'ਚ, ਇਹ ਨਹੀਂ ਕਿ ਹੈ ਨਹੀਂ ਕਿ ਬਹੁਤ ਕਿਸਾਨ ਹੈਗੇ ਆ ਜਿਹੜੇ ਇਹ ਸੋਚ ਰੱਖਦੇ ਆ ਕਿ ਮੈਂ ਅੱਗ ਨਹੀਂ ਲਾਉਣੀ, ਜਿਹੜੇ ਇਹ ਸੋਚ ਰੱਖਦੇ ਆ ਕਿ ਮੈਨੂੰ ਕੋਈ ਗੱਲ ਨਹੀਂ ਥੋੜਾ ਘੱਟ ਵੀ ਵੱਜ ਜਾਊਗਾ ਤਾਂ ਵੀ ਕੋਈ ਗੱਲ ਨਹੀਂ। ਤੇ ਸੋ ਇਹ ਹੁਣ ਕਿਉਂਕਿ ਝੋਨੇ ਕਣਕ ਦੇ MSP ਮਿਲਦੀ ਆ, ਉਹ ਲੋਕ ਫਿਰ ਕਣਕ ਝੋਨਾ ਬੀਜਦੇ ਆ। ਗੰਨੇ ਦੇ ਕਈ ਵਾਰੀ ਹੁਣ ਮਿੱਲਾਂ 'ਚ ਪੈਸੇ ਨਹੀਂ ਮਿਲਦੇ ਕਿਸਾਨਾਂ ਨੂੰ, 2 ਸਾਲ ਨਹੀਂ ਪੈਸੇ ਮਿਲਦੇ, ਜੇ ਪਿਛਲੇ ਸਾਲ ਦੇ ਲੋਕਾਂ ਦੇ ਫਸੇ ਪਏ, ਇਹ ਵੀ ਕਿਸਾਨਾਂ ਦਾ ਇੱਕ ਦਰਦ ਆ। ਤੇ ਸਾਡਾ ਇਹ ਆ ਕਿ ਸਾਨੂੰ ਨਗਦ ਪੈਸੇ ਤਾਜ਼ੇ ਨਾਲ ਦੀ ਨਾਲ ਹੀ ਮਿਲਦੇ ਰਹਿੰਦੇ ਆ। ਜਿਵੇਂ 8-9 ਖੇਤ ਤੁਸੀਂ ਲਾਏ ਆ, ਤਾਂ ਮਿੱਲ 'ਚ ਵੀ ਕੋਈ ਗੰਨਾ ਸੁੱਟਦੇ ਹੋ ਕਿ ਜਾਂ ਸਾਰੇ ਤਾਂ ਗੋੜੀ ਕੱਢਦੇ ਹੋ? ਨਹੀਂ, ਮਿੱਲ 'ਚ ਨਹੀਂ ਜੀ, ਸਾਡੇ ਕੋਲ ਤਾਂ ਹੋਰ ਵੀ 3-4 ਖੇਤ ਹੋਣ, 5 ਖੇਤ ਹੋਣ, ਤੇ ਉਹ ਵੀ ਇੱਥੇ ਵਿਕ ਜਾਣਾ ਜੀ। ਲੱਗਦਾ ਇਹ ਵੀ ਫਾਇਦਾ ਹੋ ਜਾਂਦਾ ਕਿ ਮਿੱਲਾਂ 'ਚ ਪੈਸੇ ਵੀ ਨਹੀਂ ਫਸਦੇ, ਇਸ ਚੀਜ਼ ਨੂੰ ਲੈ ਕੇ ਵੀ ਬੜਾ ਰੇੜਕਾ ਰਹਿੰਦਾ। ਦੇਖੋ ਜੀ, ਆ ਤੁਹਾਡੇ ਸਾਹਮਣੇ ਆ ਹੁਣ ਕਿੰਨੇ ਕਸਟਮਰ ਖੜੇ ਆ, ਤੇ ਇਹ ਨਗਦ ਪੈਸੇ ਆ ਜੀ। ਔਰ ਇਹ ਨਹੀਂ ਇਕੱਲੇ, ਹੋਰ ਬਹੁਤ ਸਾਰੇ ਲਾਈਨ ਵਿੱਚ ਲੱਗੇ ਆ ਜਿਹੜੇ ਕਹਿੰਦੇ ਵੀ ਸਾਨੂੰ ਕਿੱਦਣ ਦਵੋਗੇ, ਸਾਨੂੰ ਕਿੱਦਣ ਦਵੋਗੇ। ਹਾਂਜੀ, ਤੇ ਉਹਨਾਂ ਨੂੰ ਅਸੀਂ ਡੇਟ ਦੇਈ ਦੀ। ਹੁਣ ਅਸੀਂ ਜਿੱਦਾਂ ਅੱਜ ਚਲਾਇਆ ਆ, 2 ਦਿਨ ਤੋਂ ਬਾਅਦ ਚਲਾਉਣਾ, ਮੈਂ ਫਿਰ ਡੇਟ ਦੇਤੀ, ਰਜਿਸਟਰ ਤੇ ਨੋਟ ਕੀਤਾ ਵੀ ਇੰਨੀ ਤਰੀਕ ਨੂੰ ਇਹਨਾਂ ਨੂੰ ਦੇਣਾ ਗੁੜ, ਇੰਨੀ ਤਰੀਕ ਨੂੰ ਇਹਨਾਂ ਨੂੰ ਦੇਣਾ। ਸੋ ਇਸ ਤਰੀਕੇ ਦੇ ਨਾਲ ਅਸੀਂ ਕਰਦੇ ਆ, ਤੇ ਸਾਨੂੰ ਵੀ ਇੰਤਜ਼ਾਰ ਨਹੀਂ ਕਰਨਾ ਪੈਂਦਾ ਵੀ ਕੋਈ ਆਊਗਾ, ਕਦੋਂ ਆਊਗਾ, ਲੈ ਕੇ ਜਾਊਗਾ, ਤੇ ਉਹਨਾਂ ਨੂੰ ਵੀ ਨਹੀਂ, ਉਹਨਾਂ ਨੂੰ ਪਤਾ ਵੀ ਅਸੀਂ ਇੰਨੀ ਤਰੀਕ ਨੂੰ ਜਾਣਾ ਤੇ ਉੱਥੋਂ ਗੁੜ ਮਿਲ ਜਾਣਾ। ਕਿੰਨਾ ਕੁ ਲਾਹੇ ਦਾ ਧੰਦਾ ਹੈਗਾ ਜਾਂ ਕਿੰਨੀ ਕੁ ਕਮਾਈ ਹੋ ਸਕਦੀ ਹੈ ਸੀਜ਼ਨ ਦੇ ਵਿੱਚ ਇੱਕ 'ਚ? ਇਹ ਇਦਾਂ ਜੀ, ਜੇ ਆਪਾਂ ਜਿੱਦਾਂ ਅਸੀਂ ਕਰਦੇ ਆ ਨਾ, ਮਿਨੀਮਮ 3 ਲੱਖ ਦਾ ਅਸੀਂ ਗੁੜ ਜਿਹੜਾ ਇੱਕ ਖੇਤ ਦਾ ਕੱਢ ਲੈਂਦੇ ਹਾਂ, 1 ਕਿੱਲੇ 'ਚੋਂ। ਹਾਂਜੀ, ਤੇ ਸੋ ਤੁਹਾਡੇ ਸਾਹਮਣੇ ਆ ਉਹ 3 ਲੱਖ ਬਣਨਾ ਕਿੱਦਾਂ ਵੀ ਆ ਸਾਰੀਆਂ ਸ਼ਰਤਾਂ ਜਿਹੜੀਆਂ, ਜ਼ਮੀਨ ਆਰਗੈਨਿਕ ਹੋਵੇ, ਗੰਨੇ ਦੀ ਛਿਲਾਈ ਵਧੀਆ ਹੋਵੇ, ਗੰਨਾ ਵਧੀਆ ਕੁਆਲਿਟੀ ਦਾ ਹੋਵੇ, ਤੁਹਾਡੇ ਵੇਲਣੇ ਦੀ ਸਫਾਈ ਹੋਣੀ ਚਾਹੀਦੀ ਆ, ਤੁਹਾਡੇ ਸ਼ੈੱਡ ਦੀ ਬੰਦੇ ਸਾਰੇ ਜੋ ਵੀ ਆ, ਗੁੜ ਦੀ ਕੁਆਲਿਟੀ ਹੋਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਆਪਾਂ ਜੇ ਦੇਵਾਂਗੇ ਤੇ ਅੱਜ ਹਰ ਬੰਦਾ ਪੈਸੇ ਖਰਚਣ ਨੂੰ ਤਿਆਰ ਆ, ਪਰ ਗੱਲ ਇਹੀ ਆ ਕਿ ਉਹਨੂੰ ਚੀਜ਼ ਨਹੀਂ ਮਿਲਦੀ ਕੁਆਲਿਟੀ ਦੀ। ਹੁਣ ਕੁਆਲਿਟੀ ਦਿਓਗੇ ਤੇ ਹਰ ਬੰਦਾ, ਅਸੀਂ 110 ਰੁਪਏ ਰੇਟ ਹੈ ਨਾ, ਕੁਛ ਸ਼ਖਸ ਸਾਡੇ ਕੋਲ ਇਦਾਂ ਦੇ ਆਉਂਦੇ ਆ ਜਿਹੜੇ ਕਹਿੰਦੇ ਜਿੰਨਾ ਤੁਸੀਂ ਵਧੀਆ ਕੰਮ ਕਰ ਰਹੇ ਆ ਤੁਹਾਨੂੰ ਹੋਰ ਵੀ ਰੇਟ ਵੱਧ ਚਾਹੀਦਾ, ਪਰ ਅਸੀਂ ਕਹਿੰਦੇ ਕਿ ਸਾਨੂੰ ਠੀਕ ਆ, ਸੰਤੁਸ਼ਟੀ ਆ, ਬਹੁਤ ਵਧੀਆ, ਅਸੀਂ ਮਤਲਬ ਸੰਤੁਸ਼ਟੀ ਦੇ ਨਾਲ ਚੱਲ ਰਹੇ ਹਾਂ ਸਾਰਾ। ਹਾਂਜੀ, ਆਮ ਤੌਰ ਤੇ ਜੇਕਰ ਕਣਕ ਝੋਨਾ ਕੋਈ ਲਗਾਉਂਦਾ ਤਾਂ ਇੱਕ ਖੇਤ ਦੇ ਵਿੱਚੋਂ ਕਿੰਨੀ ਕੁ ਕਮਾਈ ਹੁੰਦੀ ਆ, ਜਾਂ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇਹ ਤਾਂ ਇੱਕ ਖੇਤ ਦੇ ਵਿੱਚੋਂ 3 ਲੱਖ ਰੁਪਇਆ ਕਮਾਇਆ ਜਾਂਦਾ? ਹਾਂਜੀ, ਕਣਕ ਝੋਨੇ ਚੋਂ ਜਿੱਦਾਂ ਹੁਣ ਮਾਲਵੇ ਦੇ ਵਿੱਚ ਆ ਜੀ, ਉਹ ਕਰਦੇ ਆ ਮਤਲਬ ਮੇਰੇ ਖਿਆਲ 60-70 ਹਜ਼ਾਰ ਦਾ ਝੋਨਾ ਕੱਢਦੇ ਆ। ਬਾਕੀ ਲਾ ਲਓ ਤੇ ਕਣਕ ਹੋਊਗੀ 22 ਕੁਇੰਟਲ ਤੋਂ ਲਾ ਲਓ 45,000 ਦੀ ਕਣਕ ਹੋਊਗੀ, ਯਾਨੀ 1 ਲੱਖ ਤੋਂ ਉੱਤੇ ਦੀ ਕੱਢਦੇ ਆ। ਬਾਕੀ ਉਹ 'ਚ ਖਰਚੇ ਲਾ ਲਓ, ਠੇਕੇ ਬਹੁਤ ਆ ਉਧਰ ਮਾਲਵੇ ਵੱਲ, ਸਾਡੇ ਤੇ ਇੱਥੇ 40,000 ਰੁਪਇਆ ਠੇਕਾ ਆ, ਮਾਲਵੇ ਦੇ ਵਿੱਚ 70,000 ਰੁਪਈਆ, 80,000 ਰੁਪਈਆ, ਤੇ ਐਵੇਂ ਕਸਟਮਰ ਆਉਂਦੇ ਜੀ। ਜਿਵੇਂ ਇੱਕ ਗੱਡੀ, ਹੁਣ ਉਹ ਗੱਡੀ ਇੱਕ ਹੋਰ ਆ ਗਈ, ਸੋ ਐਵੇਂ ਆਵਾਜਾਈ ਲੱਗੀ ਰਹਿੰਦੀ ਸਾਰਾ ਦਿਨ, ਰੌਣਕਾਂ ਜੀ। ਹਾਂਜੀ, ਯਾਨੀ ਕਿ ਇਹ ਇੱਕ ਮੈਨੂੰ ਲੱਗਦਾ ਕਿ ਵਧੀਆ ਤਰੀਕਾ ਹੈਗਾ, ਨਾ ਤਾਂ ਸਾਨੂੰ ਮੰਡੀਆਂ ਦੀ ਲੋੜ ਹੈਗੀ ਆ, ਨਾ ਕਿਤੇ ਪੈਸੇ ਫਸਾਉਣ ਦੀ ਲੋੜ ਹੈਗੀ ਆ, ਆਪਣੀ ਖੇਤੀ ਆਪਣੇ ਤਰੀਕੇ ਦੇ ਨਾਲ ਤੁਸੀਂ ਇਹ ਬਿਜ਼ਨਸ ਕਰ ਰਹੇ ਹੋ। ਤੁਸੀਂ ਇਹ ਦੇਖੋ ਕਿ ਇੱਕ ਆਪਾਂ ਐਗਜ਼ਾਮਪਲ ਸੈੱਟ ਕਰ ਦਿੱਤੀ ਆ ਕਿ GT ਰੋਡ ਦੇਖ ਲਓ ਤੁਸੀਂ ਕਿੰਨੀ ਦੂਰ ਹੈ ਸਾਡੇ ਤੋਂ, 4 ਕਿਲੋਮੀਟਰ ਸਾਡਾ ਪਿੰਡ ਔਰ 1.25 ਕਿਲੋਮੀਟਰ ਅਸੀਂ ਖੇਤਾਂ ਦੇ ਵਿੱਚ ਆ, ਤੇ ਸਾਡੇ ਕੋਲ ਸਾਡੇ ਕੋਲ ਯਾਨੀ ਪਰਿਵਾਰ ਆਪੇ ਚੱਲ ਕੇ ਆ ਰਹੇ ਹੈ ਨਾ। ਸੋ ਇਹ ਕਹਿ ਲਓ ਕਿ ਗੁਣਵੱਤਾ ਜੀ, ਕੁਆਲਿਟੀ ਆ ਕਿ ਅਸੀਂ ਕੁਆਲਿਟੀ ਤੇ ਕੰਮ ਕੀਤਾ, ਤੇ ਉਹਦੇ ਕਰਕੇ ਸਾਡੇ ਕੋਲੇ ਸਾਰੇ ਪਹੁੰਚ ਰਹੇ ਨੇ, ਤੇ ਗੁੜ ਬਹੁਤ ਮਿਲਦਾ, ਵੇਲਣੇ ਬਹੁਤ ਲੱਗੇ ਆ, ਤੇ ਚਲੋ ਉਹ ਆਪਣੇ ਰੇਟ ਤੇ ਵੇਚਦੇ ਆ, ਕੋਈ ਘੱਟ ਰੇਟ ਤੇ ਵੇਚਦਾ ਹੈ ਨਾ, ਤੇ ਸੋ ਇਸ ਤਰੀਕੇ ਨਾਲ ਬਹੁਤ ਵਧੀਆ ਚੱਲਦਾ। ਇਹ ਅਮਰਜੀਤ ਜੀ, ਇੱਕ ਗੱਲ ਹੋਰ ਵੀ ਹੈ ਕਿ ਜੇਕਰ ਇੰਨੇ ਵਧੀਆ ਤਰੀਕੇ ਨਾਲ ਕਮਾਈ ਹੁੰਦੀ ਹੈ, ਇੱਕ ਪਾਸੇ ਕਿਹਾ ਜਾਂਦਾ ਕਿ ਕਿਸਾਨੀ ਲਾਹੇ ਦਾ ਧੰਦਾ ਨਹੀਂ ਰਹੀ, ਤਾਂ ਕੀ ਲੱਗਦਾ ਇਹਦਾ ਕਾਰਨ ਕੀ ਹੈਗਾ ਕਿ ਮਿਹਨਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਕਿਸਾਨ ਇਸ ਪਾਸੇ ਨੂੰ ਨਹੀਂ ਆਉਂਦੇ? ਇਦਾਂ ਹੁੰਦੀ ਹੈ ਜੀ ਵੀ ਹਰ ਬੰਦਾ ਉਹਦੇ ਮਨ ਵਿੱਚ ਕੀ ਹੈਗਾ, ਸ਼ੌਂਕ ਵੀ ਹੁੰਦਾ ਹੈ ਨਾ ਵੀ ਆਪਾਂ ਇਹ ਕੰਮ ਕਰਨਾ, ਤੇ ਕਈ ਬੰਦੇ ਸੋਚਦੇ ਆ ਵੀ ਇੰਨੀ ਟੈਨਸ਼ਨ ਕਾਹਤੋਂ ਲੈਣੀ ਆ, ਉਹ ਇਹ ਵੀ ਟੈਨਸ਼ਨ ਵੀ ਹੁੰਦੀ ਆ ਵੀ ਆਪਾਂ ਕੁਆਲਿਟੀ ਬਣਾ ਕੇ ਦੇਣੀ ਆ, ਸਾਡਾ ਹਲਾਮਾ ਨਾ ਆ ਜੇ ਕੋਈ, ਜਾਂ ਲੇਬਰ ਵੀ ਚਾਹੀਦੀ ਆ, ਜਾਂ ਮਤਲਬ ਉਹ ਕਣਕ ਝੋਨੇ 'ਚ ਇਹ ਆ ਕਿ ਕਣਕ ਬੀਜ ਦਿੱਤੀ ਥੋੜਾ ਫ੍ਰੀ ਹੋ ਗਏ, ਝੋਨਾ ਬੀਜ ਦਿੱਤਾ ਥੋੜਾ ਟਾਈਮ ਸਮਾਂ ਫ੍ਰੀ ਹੋ ਜਾਂਦਾ ਬੰਦਾ ਹੈ ਨਾ। ਬਟ ਜੇ ਅਸੀਂ ਆਪਣਾ ਲਾਈਏ, ਅਸੀਂ ਵੀ
ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇਹ 5 ਮਹੀਨੇ ਅਸੀਂ ਜ਼ਿਆਦਾ ਬੀਜੀ ਹੈਗੇ ਆ। ਉਸ ਤੋਂ ਬਾਅਦ 'ਚ ਅਸੀਂ ਗੰਨਾ ਬੀਜਣਾ, ਆਪ ਹੀ ਗੰਨਾ ਬੀਜਦੇ ਆ, ਆਪ ਹੀ ਗੋਡੀਆਂ ਕਰ ਲਈਆਂ। ਫਿਰ ਅਸੀਂ ਸਾਡੇ ਕੋਲ 5-6 ਮਹੀਨੇ ਅਸੀਂ ਵੀ ਫ੍ਰੀ ਰਹੀਦਾ, ਨਾ ਝੋਨਾ ਬੀਜਣਾ ਨਾ ਕਣਕ ਬੀਜਣੀ, ਤੇ ਅਸੀਂ ਵੀ ਫ੍ਰੀ ਰਹੀਦਾ ਵੈਸੇ। ਤੇ ਬਟ ਅਸੀਂ ਸਲਾਹ ਦਿੰਨੇ ਕਿਸਾਨਾਂ ਨੂੰ, ਅਸੀਂ ਤੁਹਾਨੂੰ ਦੱਸਿਆ ਵੀ 8 ਵੇਲਣੇ ਲਵਾ ਚੁੱਕੇ ਆ। ਹਾਂਜੀ, ਉਹਦੇ ਵਿੱਚੋਂ 3-4 ਵੇਲਣੇ ਹੈਗੇ ਆ ਜਿਹੜੇ ਆਰਗੈਨਿਕ ਦੇ ਕੰਮ ਕਰ ਰਹੇ ਆ, ਤੇ ਬਾਕੀ ਜਿਹੜੇ ਵੇਲਣੇ ਆ ਉਹ ਕੈਮੀਕਲ ਵਾਲਾ ਹੀ ਗੰਨਾ ਉਹਨਾਂ ਕੋਲ। ਬਟ ਉਹਨਾਂ ਨੂੰ ਵੀ ਇਹ ਦੱਸਿਆ ਕਿ ਕੁਆਲਿਟੀ ਦੇ ਕੰਮ ਕਰਿਓ, ਕੁਆਲਿਟੀ ਵਾਲਾ ਦਊਂਗੇ ਤਾਂ ਵਧੀਆ ਰਹੂਗਾ। ਜੀ ਜਦੋਂ ਸ਼ੁਰੂਆਤ ਕੀਤੀ ਸੀਗੀ ਤੁਸੀਂ ਇਸ ਚੀਜ਼ ਦੀ ਆਰਗੈਨਿਕ ਵਾਲੇ ਪਾਸੇ, ਤਾਂ ਵਾਕਈ ਕੁਝ ਦਿੱਕਤਾਂ ਵੀ ਹੋਈਆਂ ਹੋਣਗੀਆਂ, ਤਾਂ ਕੀ ਬਦਲਾਅ ਕੀ ਆਇਆ ਫਿਰ ਬਾਅਦ 'ਚ? ਦਿੱਕਤਾਂ ਤੇ ਆਈਆਂ ਜੀ ਬਹੁਤ ਦਿੱਕਤਾਂ। ਇੱਦਾਂ ਜੀ 3-4 ਸਾਲ ਅਸੀਂ ਇੰਨਾ ਘਾਟਾ ਖਾਧਾ ਵੀ ਉਹ ਉਦੋਂ ਸਾਨੂੰ ਦੱਸਣ ਵਾਲਾ ਵੀ ਕੋਈ ਨਹੀਂ ਸੀ। ਅਸੀਂ ਕਣਕ ਬੀਜਣੀ ਉਹ ਵੀ ਮਾੜੀ ਹੋ ਜਾਣੀ, ਫਿਰ ਕਈ ਵਾਰੀ ਗਾਹਕ ਨਾ ਲੱਭਣੇ ਤੇ ਮੰਡੀ 'ਚ ਲੈ ਕੇ ਜਾਣੀ। ਸੋ ਫਿਰ ਮਤਲਬ ਇਸ ਤਰੀਕੇ ਦੇ ਨਾਲ ਅਸੀਂ ਦਿੱਕਤਾਂ ਆਈਆਂ। ਨਦੀਨ ਹੋ ਜਾਣੇ, ਲੋਕਾਂ ਦੇ ਮਖੌਲ ਬਹੁਤ ਝੱਲੇ, ਕਿਉਂਕਿ ਜਦੋਂ ਆਪਾਂ ਭੀੜ ਤੋਂ ਵੱਖਰੇ ਹੋ ਕੇ ਕੋਈ ਕੰਮ ਕਰਦੇ ਆ, ਹਵਾ ਦੇ ਉਲਟ ਚੱਲਦੇ ਆ, ਤਾਂ ਉਦੋਂ ਗੱਲਾਂ ਵੀ ਹੁੰਦੀਆਂ। ਉਹ ਲੋਕ ਕਹਿਣ ਲੱਗ ਪਏ ਇਹ ਡੈਡੀ ਜੀ ਸਾਡੇ ਜਿੱਦਾਂ ਕਾਂਬੇੜ ਦਾ ਕਾਂਵਲਾ ਹੋਇਆ ਸੀ, ਬੱਚੇ ਵੀ ਗਾਂ ਉੱਦਾਂ ਹੀ ਹੈ ਨਾ ਲੱਗ ਪਏ। ਤੇ ਫਿਰ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਸਾਨੂੰ ਪਤਾ ਸੀ ਅਸੀਂ ਜੋ ਕੰਮ ਕਰ ਰਹੇ ਹਾਂ, ਕਿਉਂਕਿ ਸਾਡੇ ਪਿਤਾ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਸ ਗੁਰਬਾਣੀ ਦੀ ਤੋਕ ਤੇ ਕੰਮ ਸ਼ੁਰੂ ਕੀਤਾ ਸੀ। ਤੇ ਸਾਨੂੰ ਪਤਾ ਵੀ ਬਾਬਾ ਨਾਨਕ ਜੀ ਉਹ ਗਲਤ ਨਹੀਂ ਹੈਗੇ, ਉਹ ਬਹੁਤ ਵਧੀਆ ਗੱਲ ਕਹਿ ਕੇ ਗਏ ਆ, ਕਿਉਂਕਿ ਪਹਿਲਾਂ ਆਰਗੈਨਿਕ ਖੇਤੀ ਹੁੰਦੀ ਸੀਗੀ ਨਾ। ਤੇ ਸੋ ਅਸੀਂ ਉਸ ਤੋਕ ਦੇ ਆਧਾਰ ਤੇ ਜਿਹੜੀ ਆ ਖੇਤੀ ਸ਼ੁਰੂ ਕੀਤੀ, ਤੇ ਸਾਡਾ ਮਨ ਨਹੀਂ ਡੋਲਿਆ। ਅਸੀਂ ਜਿੱਦਾਂ ਮੇਰਾ ਛੋਟਾ ਭਰਾ ਕਰਮਜੀਤ ਸਿੰਘ ਭੰਗੂ ਤੇ ਪਿਤਾ ਜੀ ਔਰ ਮੰਮੀ ਹੋਣੀ ਸਾਰਾ ਪਰਿਵਾਰ ਯਾਨੀ ਇੱਕ ਮੁੱਠ ਰਹੇ, ਤਾਂ ਅਸੀਂ ਕਾਮਯਾਬ ਹੋ ਗਏ। ਨਹੀਂ ਤੇ ਬਹੁਤੇ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਕਿ ਜੇ ਬਾਪੂ ਜੀ ਮੰਨਦੇ ਆ ਆਰਗੈਨਿਕ ਕਰਨ ਨੂੰ, ਤੇ ਬੇਟਾ ਕਹਿੰਦਾ ਕਿ ਕਿਹੜੇ ਚੱਕਰ 'ਚ ਪੈ ਗਏ ਤੁਸੀਂ, ਸਾਨੂੰ ਭੁੱਖੇ ਮਾਰੋਗੇ। ਜੇ ਬੇਟਾ ਕਰਨਾ ਚਾਹੁੰਦਾ ਤੇ ਬਾਪੂ ਜੀ ਨਹੀਂ ਮੰਨਦੇ। ਸੋ ਬਹੁਤੇ ਪਰਿਵਾਰਾਂ ਦੇ ਵਿੱਚ ਇਹ ਜਿਹੜਾ ਹੋਣ ਕਰਕੇ ਕਈ ਕਿਸਾਨ ਜਿਹੜੇ ਆ ਉਹ ਪਿੱਛੇ ਨੂੰ ਪੈਰ ਪੁੱਟਣਾ ਪੈ ਜਾਂਦਾ ਉਹਨਾਂ ਨੂੰ। ਫਿਰ ਠੇਕੇ ਤੇ ਵੀ ਲੈਂਦੇ ਕੋਈ ਜ਼ਮੀਨ, ਕਿ ਜਾਂ ਆਪਣੀ ਕਰਦੇ ਸਾਰੀ ਖੇਤੀ? ਨਹੀਂ, ਜਦੋਂ ਅਸੀਂ ਕੈਮੀਕਲ ਖੇਤੀ ਕਰਦੇ ਸੀ ਉਦੋਂ ਕਾਫੀ ਕਰਦੇ ਸੀ। 40 ਖੇਤ ਆਲੂ ਬੀਜੀਦੇ ਸੀ, ਕਣਕ ਝੋਨਾ ਮੱਕੀ ਸਾਰੇ ਤਰ੍ਹਾਂ ਦੀ ਖੇਤੀ ਕਰਦੇ ਸੀ। ਬਟ ਹੁਣ ਨਹੀਂ, ਹੁਣ ਆਪਣੀ ਜ਼ਮੀਨ 'ਚ ਹੀ ਬਸ। 40 ਖੇਤਾਂ ਦੀ ਤੁਸੀਂ ਖੇਤੀ ਕਰਦੇ ਸੀ, ਹੁਣ 10 ਖੇਤਾਂ ਦੀ ਖੇਤੀ ਦੇ ਵਿੱਚੋਂ ਸੰਤੁਸ਼ਟ? ਹਾਂ ਬਿਲਕੁਲ ਸੰਤੁਸ਼ਟ ਹਾਂ ਜੀ। ਹੁਣ ਪਿਛਲੇ ਸਾਲ ਵੀ ਅਸੀਂ 23.5 ਲੱਖ ਦਾ ਗੁੜ ਸ਼ੱਕਰ ਵੇਚਿਆ ਜੀ, ਤੇ ਇਸ ਵਾਰੀ ਵੀ ਇੰਨਾ ਹੈਗਾ ਜੀ। ਤੇ ਨਾਲੇ ਅਸੀਂ ਆਰਾਮ ਨਾਲ ਆ, ਕੋਈ ਟੈਨਸ਼ਨ ਨਹੀਂ, ਕੁਝ ਨਹੀਂ, ਕਿਤੇ ਜਾਣਾ ਨਹੀਂ ਆਉਣਾ ਨਹੀਂ, ਭੱਜ ਦੌੜ ਨਹੀਂ। ਤੇ ਜਿਵੇਂ 2 ਟਰੈਕਟਰ ਸੀਗੇ, ਫਿਰ ਅਸੀਂ ਦੇਖਿਆ ਕਿ ਆਪਾਂ 2 ਕੀ ਕਰਨੇ। ਹੁਣ ਜਦੋਂ ਖਲਾਰਾ ਸੀਗਾ ਉਦੋਂ 2 ਰੱਖੇ ਸੀ, ਇੱਕ ਟਰੈਕਟਰ ਦੇ ਦਿੱਤਾ ਵੀ ਆਪਾਂ ਮਸ਼ੀਨਰੀ ਖੜੀ ਨੂੰ ਜੰਗਾਲ ਪਊਗਾ ਨਾ। ਸੋ ਕਹਿਣ ਤੋਂ ਭਾਵ ਹੈ ਕਿ ਹੁਣ ਇਨਪੁੱਟ ਘਟ ਗਈਆਂ, ਆਊਟਪੁੱਟ ਵੱਧ ਗਈ, ਖਰਚੇ ਘਟ ਗਏ ਤੇ ਆਮਦਨ ਵੱਧ ਗਈ। ਇਨਪੁੱਟ ਮਤਲਬ ਹੁਣ ਡੀਜ਼ਲ ਦਾ ਖਰਚਾ ਘਟ ਗਿਆ। ਅੱਗੇ ਅਸੀਂ 200-300 ਲੀਟਰ ਲਿਆਉਂਦੇ ਸੀ ਤਾਂ ਮਹੀਨਾ ਵੀ ਨਹੀਂ ਸੀ ਨਿਕਲਦਾ। ਹੁਣ ਅਸੀਂ ਆਹ ਸੀਜ਼ਨ ਦੇ ਵਿੱਚ ਥੋੜਾ ਜਿਹਾ ਤੇਲ ਖਪਤ ਹੈਗੀ ਆ, ਨਹੀਂ ਤੇ ਜਦੋਂ ਆਫ ਸੀਜ਼ਨ ਦੇ ਵਿੱਚ 20 ਲੀਟਰ ਤੇਲ ਆਈ ਆ ਤਾਂ ਮਹੀਨਾ ਨਹੀਂ ਮੁੱਕਦਾ ਜੀ। ਹਾਂਜੀ, ਸੋ ਉਹ ਚੀਜ਼ਾਂ ਜਿਹੜੀਆਂ ਲੇਬਰ ਦੇ ਖਰਚੇ, ਮਸ਼ੀਨਰੀ ਦੇ ਖਰਚੇ, ਸੰਦਾਂ ਦੇ ਖਰਚੇ, ਉਹ ਸਾਰੇ ਖਰਚੇ ਜਿਹੜੇ ਆ ਉਹ ਘਟ ਗਏ। ਮੋਟਰਾਂ ਤੇ ਜਾਣਾ, ਕਦੀ ਮੋਟਰ ਖਰਾਬ ਹੋਈ, ਕਦੀ ਕੁਛ, ਯਾਨੀ ਕਹਿ ਲਓ ਕਿ ਉਹ ਸਾਰੇ ਜਿਹੜੇ ਸੀਗੇ ਟੈਨਸ਼ਨਾਂ ਮੁੱਕ ਗਈਆਂ। ਉਹ ਸਾਰਾ ਜਿੰਨਾ ਧਿਆਨ ਸੀ ਅਸੀਂ ਇੱਧਰ ਫੋਕਸ ਕਰ ਦਿੱਤਾ। ਨਾਲ ਜਿਵੇਂ ਆਪਣਾ ਫਾਰਮ ਵੀ ਬਣਾਇਆ ਹੈ ਨਾ, ਪੋਲਟਰੀ ਫਾਰਮ, ਉਹ ਵਧਾ ਲਿਆ। ਤੇ ਸੋ ਘਰ ਦੇ ਘਰ ਨਾਲੇ ਦੇ ਹਾਂਜੀ, ਚੰਗੀ ਸੋਚ ਹੈਗੀ ਆ। ਬਹੁਤ ਬਹੁਤ ਧੰਨਵਾਦ ਭੰਗੂ ਸਾਹਿਬ ਗੱਲਬਾਤ ਕਰਨ ਦੇ ਲਈ। ਇੱਕ ਚੰਗੀ ਸੋਚ ਆ, ਕਿਉਂਕਿ ਇੱਕ ਪਾਸੇ ਜੀ ਹਾਂਜੀ 2 ਸ਼ਬਦ ਬੋਲਣੇ ਜੀ। ਇੱਕ ਤੇ ਅਸੀਂ ਛੋਟਾ ਭਰਾ ਮੇਰਾ ਕਰਮਜੀਤ ਸਿੰਘ ਭੰਗੂ, ਅਸੀਂ ਇਕੱਠੇ ਆ, ਜੁਆਇੰਟ ਫੈਮਿਲੀ ਆ। ਸਾਡਾ ਪਰਿਵਾਰ ਜਿਹੜਾ ਵਾ ਦੋਵੇਂ ਜਾਣੀਆਂ ਦਰਾਣੀ ਜਠਾਣੀ ਐਨ ਭੈਣਾਂ ਬਣ ਕੇ ਰਹਿੰਦੀਆਂ ਜੀ। ਤੇ ਇਹ ਸਾਰੀ ਦੇਣ ਹੈਗੀ ਸਾਡੇ ਮਾਂ-ਬਾਪ ਦੀ। ਸਾਡੇ ਡੈਡੀ ਹੋਣਾ ਨੇ ਮਤਲਬ ਬਹੁਤ ਸਾਨੂੰ ਵਧੀਆ ਸੰਸਕਾਰ ਦਿੱਤੇ। ਇਹ ਬਾਰ-ਬਾਰ ਤੁਸੀਂ ਰਹਿੰਦੇ ਹੋ, ਵੱਖਰੀ ਨਜ਼ਰ ਆ ਜਾਂਦੀ ਦੂਰੋਂ ਹੀ ਇਹ ਤੁਹਾਡੀ ਕੋਠੀ ਪਈ। ਤਾਂ ਪਿੰਡ ਦੇ ਵਿੱਚ ਹੁਣ ਕਹਿੰਦੇ ਕੀ ਆ, ਕਿਉਂਕਿ ਜਿਹੜਾ ਕੋਈ ਕੰਮ ਕਰਦਾ ਹੁੰਦਾ ਉਹ ਕੰਮ ਦੇ ਨਾਲ ਨਾਲ ਲੋਕਾਂ ਨੂੰ ਜਾਣਨ ਲੱਗ ਪੈਂਦੇ ਨੇ। ਹਾਂਜੀ, ਵੈਸੇ ਤਾਂ ਭੰਗੂ ਫਾਰਮ ਹੀ ਆ, ਤੇ ਉਹ ਤੋਂ ਅੱਗੇ ਗੁੜ ਵਾਲੇ ਹੁਣ ਚੱਲ ਪਏ ਜੀ। ਹਾਂਜੀ, ਪਹਿਲਾਂ ਪੋਲਟਰੀ ਫਾਰਮ ਵਾਲੇ ਕਹਿੰਦੇ ਸੀ। ਮੇਰੀ ਇੱਕ ਛੋਟੀ ਜਿਹੀ ਵਿੱਚੇ ਗੱਲ ਰਹਿ ਗਈ ਪਿਤਾ ਜੀ ਮੰਮੀ ਬਾਰੇ, ਕਿ ਡੈਡੀ ਜੀ ਉਹਨਾਂ ਦੀ ਬੋਡੀ ਵੀ ਡੋਨੇਟ ਕੀਤੀ ਸੀ। ਉਹ ਕਹਿੰਦੇ ਸੀ ਕਿ ਮਤਲਬ ਮੇਰੇ ਮਰਨ ਤੋਂ ਬਾਅਦ 'ਚ ਮੇਰਾ ਜਿਹੜਾ ਸਰੀਰ ਆ ਨਾ, ਇਹ ਮੈਡੀਕਲ ਇੰਸਟੀਚਿਊਟ ਨੂੰ ਦੇਣਾ, ਕਿ ਮੇਰੇ ਜਿਹੜੇ ਸਟੂਡੈਂਟ ਉੱਥੇ ਮੈਡੀਕਲ ਕਰ ਰਹੇ ਆ ਉਹ ਇਹਦੇ ਤੇ ਰਿਸਰਚ ਕਰਨ, ਖੋਜਾਂ ਕਰਕੇ ਇੱਕ ਵਧੀਆ ਡਾਕਟਰ ਪੈਦਾ ਬਣ ਕੇ ਤੇ ਸਮਾਜ ਦੀ ਸੇਵਾ ਕਰਨ। ਸੋ ਸਾਡੀ ਮੰਮੀ ਜੀ ਦਾ ਬੋਡੀ ਵੀ ਜਿਹੜੀ ਲਿਖ ਕੇ ਦਿੱਤੀ ਸੀ ਉਹਨਾਂ ਨੇ, ਉਹ ਵੀ ਹੁਣ 22 ਨਵੰਬਰ ਨੂੰ ਸਾਨੂੰ ਵਿਛੋੜਾ ਦੇ ਗਏ। ਅਸੀਂ ਉਹਨਾਂ ਦਾ ਸਰੀਰ ਵੀ ਜਿਹੜਾ ਪਿੰਜ ਹਸਪੀਟਲ ਜਲੰਧਰ ਨੂੰ ਦੇ ਦਿੱਤਾ। ਤੇ ਸੋ ਇਹ ਜਿਹੜੀ ਆ ਇਹ ਇਸ ਸੋਚ ਵੱਲ ਦੇਖ ਕੇ ਸਾਡੇ ਹੋਰ ਪਿੰਡ ਦੇ ਸਾਡੇ ਰਿਸ਼ਤੇਦਾਰ ਕਈ ਤਿਆਰ ਹੋਏ ਆ ਕਿ ਅਸੀਂ ਵੀ ਇਵੇਂ ਹੀ ਕਰਨਾ, ਸਾਡੇ ਫਾਰਮ ਭਰਵਾ ਦਿਓ, ਅਸੀਂ ਵੀ ਬੋਡੀ ਡੋਨੇਟ ਕਰਨੀ ਆ।
ਸੋ ਇਹ ਵੀ ਇੱਕ ਵੱਖਰੀ ਸੋਚ ਉਹਨਾਂ ਦੀ ਸੀਗੀ, ਜਿਹੜੀ ਉਹਦਾ ਅਸਰ ਸਾਡੇ 'ਚ ਵੀ ਹੈਗਾ ਜੀ। ਚੰਗੀ ਸੋਚ ਹੈਗੀ ਆ। ਚਲੋ ਤੁਸੀਂ ਰੋਕਿਆ, ਮੈਨੂੰ ਹੋਰ ਸਵਾਲ ਇੱਕ ਯਾਦ ਆ ਗਿਆ। ਆਮ ਤੌਰ ਤੇ ਰਿਵਾਜ ਚੱਲ ਗਿਆ, ਕਿਸਾਨਾਂ ਦੇ ਪੁੱਤ ਹੁਣ ਵਿਦੇਸ਼ਾਂ ਵੱਲ ਨੂੰ ਜਾਣ ਲੱਗ ਪਏ। ਤੁਹਾਡੇ ਘਰ ਦੇ ਵਿੱਚੋਂ ਕਦੇ ਆਵਾਜ਼ ਉੱਠੀ ਵਿਦੇਸ਼ ਵਾਲੀ? ਹਾਂਜੀ, ਇਦਾਂ ਜੀ ਵੀ ਅਜੇ ਅਸੀਂ ਸੋਚ ਰਹੇ ਹਾਂ, ਸਾਡੇ ਹੈਗੇ 2 ਬੇਟੇ, ਮੇਰੇ 2 ਛੋਟੇ ਦੇ ਬੇਟੇ ਆ, ਤੇ ਮੇਰਾ ਇੱਕ ਬੇਟਾ ਗਿਆ ਆ ਵਿਦੇਸ਼। ਬਟ ਉਹ ਇਹ ਆ ਕਿ ਜੇ ਉਹ ਗਿਆ ਆ ਤੇ ਉਹ ਸੋਚਦਾ ਕਿ ਜੇ ਮੈਂ ਆ ਕੇ ਇੱਥੇ ਦੁਬਾਰਾ ਕੰਮ ਕਰ ਸਕਦਾ, ਪੜ੍ਹਾਈ ਕਰਕੇ ਇੱਥੇ ਕੰਮ ਕਰ ਸਕਦਾ। ਬਟ ਜਿਹੜੇ ਮਗਰ ਸਾਡੇ ਕੋਲ ਇੱਕ ਮੇਰਾ ਬੇਟਾ, 2 ਉਹਦੇ ਆ, ਸਾਡੇ ਘਰ 'ਚ ਰੋਜ਼ ਵਿਚਾਰਾਂ ਚੱਲਦੀਆਂ। ਇਸ ਗੱਲ ਦੇ ਰੋਜ਼ ਵਿਚਾਰ ਹੁੰਦੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਡਿਪਰੈਸ਼ਨ ਬਹੁਤ ਹੈ ਬੱਚਿਆਂ ਤੇ, ਕੰਮ ਬਹੁਤ ਕਰਨਾ ਪੈਂਦਾ ਉਹਨਾਂ ਨੂੰ ਬਹੁਤ ਟੈਨਸ਼ਨ ਰਹਿੰਦੀ ਆ ਕਿ ਮਤਲਬ ਅਸੀਂ ਇੱਥੇ ਸੈੱਟ ਹੋਣਾ, ਉੱਥੇ ਖਰਚੇ ਉੱਥੇ ਵੀ ਬਹੁਤ ਹੋ ਗਏ ਆ, ਵੱਧ ਗਏ ਆ। ਸੋ ਇਸ ਕਰਕੇ ਬਾਕੀ ਬੱਚਿਆਂ ਨੂੰ ਅਸੀਂ ਸਾਡਾ ਕੋਈ ਇਰਾਦਾ ਨਹੀਂ ਭੇਜਣ ਦਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤਾਂ ਇਹੀ ਕੁਛ ਹੈ। ਤੁਸੀਂ ਇੱਕ ਵਾਰੀ ਚਲੋ ਜ਼ਿਆਦਾ ਹੁਣ ਤੁਸੀਂ ਟੈਕਨੀਕਲੀ ਤਰੀਕੇ ਨਾਲ ਵੀ ਜਾਣਦੇ ਹੋ ਕਿ ਜੋ ਕੁਛ ਇੱਥੇ ਜਿਹੜੀ ਮਿਹਨਤ ਕਰ ਰਹੇ, ਮੈਨੂੰ ਲੱਗਦਾ ਕਿ ਇਹੀ ਮਿਹਨਤ ਉੱਥੇ ਜਾ ਕੇ ਕਰਨੀ ਪੈਂਦੀ ਹੈ। ਹਾਂਜੀ, ਤੇ ਬਿਲਕੁਲ ਇੱਥੇ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਫਿਰ ਵੀ ਥੋੜਾ ਜਿਹਾ ਫ੍ਰੀ ਹੁੰਨੇ ਆ। ਕੋਈ ਰਿਸ਼ਤੇਦਾਰ ਆ ਗਿਆ, ਉਹਦੇ ਕੋਲ ਬੈਠ ਜਾਂਦੇ ਆ, ਕਿਸੇ ਦੇ ਵਿਆਹ ਆ ਗਿਆ, ਕਿਸੇ ਦੇ ਭੋਗ ਆ ਗਿਆ, ਆਪਾਂ ਕਹਿੰਦੇ ਚਲੋ ਕੰਮ ਕੱਲ ਕਰ ਰਹੇ, ਚੱਲੀਏ ਜਾ ਆਉਣੇ ਹੈ ਨਾ 2 ਮਿੰਟ। ਬਾਹਰਲੇ ਮੁਲਕਾਂ ਦੇ ਵਿੱਚ ਤਾਂ ਮਤਲਬ ਥੋੜਾ ਜ਼ਿਆਦਾ ਸੰਘਰਸ਼ ਆ। ਬਟ ਇਹ ਵੀ ਨਹੀਂ ਹੈਗਾ ਉੱਥੇ ਮਤਲਬ ਉਹ ਮੁਲਕ ਮਾੜੇ ਹੀ ਆ, ਕਿਉਂਕਿ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਕੁਝ ਉੱਥੇ ਚੰਗਾ ਲੱਗਦਾ, ਜਾਂ ਉੱਥੇ ਵਾਤਾਵਰਨ ਚੰਗਾ, ਜਾਂ ਉੱਥੇ ਦਾ ਸਿਸਟਮ ਚੰਗਾ ਆ। ਇੱਥੇ ਥੋੜ੍ਹਾ ਜਿਹਾ ਕਿਉਂਕਿ ਲੋਕ ਸਿਸਟਮ ਤੋਂ ਦੁਖੀ ਆ, ਕੋਈ ਵੀ ਕੰਮ ਕਰਵਾਉਣਾ ਤਾਂ ਬੜੇ ਗੇੜੇ ਮਾਰਨੇ ਪੈਂਦੇ ਆ, ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਹੁੰਦਾ। ਸੋ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਵੀ ਹੈਗੀ ਇੱਥੇ। ਤੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਮਤਲਬ ਕਈ ਤਰ੍ਹਾਂ ਦਾ ਫਰਕ ਹੈਗਾ, ਵਾਤਾਵਰਨ ਦਾ ਵੀ ਬਹੁਤ ਫਰਕ ਹੈ ਜੀ। ਹਾਂਜੀ, ਠੀਕ ਹੈ, ਤੁਹਾਨੂੰ ਸਭ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਅਮਰਜੀਤ ਸਿੰਘ ਭੰਗੂ ਹੈਗੇ ਨੇ, ਚਾੜਕਾ ਪਿੰਡ ਹੈਗਾ ਇਹਨਾਂ ਦਾ ਭੋਗਪੁਰ ਦੇ ਨਜ਼ਦੀਕ। ਤਾਂ ਇੱਥੇ ਪਿਛਲੇ ਲੰਬੇ ਸਮੇਂ ਤੋਂ ਇਹ ਗੁੜ ਤਿਆਰ ਕਰਨ ਦਾ ਜਿਹੜਾ ਉਹ ਕੰਮ ਕਰਦੇ ਨੇ। ਖੇਤੀ ਨੂੰ ਲਾਹੇਵੰਦ ਧੰਦਾ ਇਹਨਾਂ ਨੇ ਬਣਾਇਆ ਹੋਇਆ, ਆਰਗੈਨਿਕ ਤਰੀਕੇ ਦੇ ਨਾਲ ਕਹਿੰਦੇ ਖੇਤੀ ਕਰਦੇ ਆ। ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕਣਕ ਤੇ ਝੋਨੇ ਦੀ ਖੇਤੀ ਇਹ ਬਿਲਕੁਲ ਨਹੀਂ ਕਰਦੇ। 10 ਖੇਤਾਂ ਦੀ ਖੇਤੀ ਕਰਦੇ ਨੇ, 8-9 ਕਿੱਲੇ ਦੇ ਵਿੱਚ ਗੰਨਾ ਉਗਾਉਂਦੇ ਨੇ, ਤਾਂ ਬਾਕੀ ਜਿਹੜੀ ਆ ਕੁਝ ਹਲਦੀ ਬੀਜਦੇ ਨੇ। ਪਰ ਸਿੱਖਣ ਵਾਲੀ ਗੱਲ ਇਹਦੇ ਵਿੱਚ ਇਹ ਹੈਗਾ ਕਿ ਆਪਣੀ ਖੇਤੀ ਆਪਣਾ ਹੀ ਇਹਦੇ ਵਿੱਚ ਬਿਜ਼ਨਸ ਹੈਗਾ। ਪੈਸੇ ਜਿਹੜੀ ਆਮਦਨ ਉਹ ਜ਼ਿਆਦਾ ਹੋ ਗਈ ਹੈ, ਖਰਚੇ ਇਹਨਾਂ ਦੇ ਘਟ ਗਏ ਨੇ, ਕਿਉਂਕਿ ਜੇਕਰ ਇਹ ਗੰਨਾ ਬੀਜਦੇ ਨੇ ਤਾਂ ਗੰਨੇ ਨੂੰ ਮਿੱਲਾਂ ਦੇ ਵਿੱਚ ਸੁੱਟਣ ਦੀ ਬਜਾਏ ਇਹ ਆਪ ਹੀ ਗੁੜ ਤਿਆਰ ਕਰਦੇ ਨੇ, ਉੱਥੋਂ ਜਿਹੜਾ ਉਹ ਫਾਇਦਾ ਲੈਂਦੇ ਨੇ। ਪਿਛਲੇ ਸਾਲ ਵੀ ਕਹਿੰਦੇ ਨੇ ਕਿ 23-24 ਲੱਖ ਦਾ ਗੁੜ ਜਿਹੜਾ ਉਹ ਇਹਨਾਂ ਨੇ ਵੇਚਿਆ। ਤਾਂ 1 ਕਿੱਲੇ ਦੇ ਵਿੱਚੋਂ ਤੁਸੀਂ ਜੇਕਰ ਆਪਣੇ ਖੇਤ ਦੇ ਵਿੱਚ ਗੰਨਾ ਉਗਾਉਂਦੇ ਹੋ ਤਾਂ ਉਹਦੇ ਤੋਂ ਜਿਹੜਾ ਗੁੜ ਬਣਾਉਂਦੇ ਹੋ, ਤਾਂ ਗੁੜ ਬਣਾ ਕੇ ਜੇਕਰ ਵੇਚਦੇ ਹੋ ਤਾਂ 1 ਕਿੱਲੇ ਦੇ ਵਿੱਚੋਂ 3 ਲੱਖ ਰੁਪਏ ਦੀ ਕਹਿੰਦੇ ਨੇ ਕਿ ਕਮਾਈ ਕੀਤੀ ਜਾ ਸਕਦੀ ਹੈ। ਸੋ ਲੋੜ ਹੈ ਅਜਿਹੇ ਅਗਾਂਹ ਵਧੂ ਕਿਸਾਨਾਂ ਤੋਂ ਸਿੱਖਣ ਦੀ, ਸਿੱਖ ਕੇ ਜਿਹੜੀ ਆ ਕਿਸਾਨੀ ਨੂੰ ਹੋਰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਕੈਮਰਾਮੈਨ ਸਾਹਿਬ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ, ਪਿੰਡ ਚਾੜਕੇ, ਭੋਗਪੁਰ।